ਸਤਿ ਸ਼੍ਰੀ ਅਕਾਲ ਜੀ। ਵੌਇਸ ਆਫ ਇੰਡੀਆ ਮੀਡੀਆ ਦੇਖਦੇ ਹੋਏ ਸਾਰੇ ਹੀ ਦੋਸਤਾਂ ਮਿੱਤਰਾਂ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਮੈਂ ਵਰਿੰਦਰ ਭਿੰਡਰ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਗਰਾਊਂਡ ਜ਼ੀਰੋ ਦੀ ਰਿਪੋਰਟ ਲੈ ਕੇ ਕਿਸਾਨੀ ਅੰਦੋਲਨ ਤੋਂ ਤੁਹਾਡੇ ਨਾਲ ਫਿਰ ਹਾਜ਼ਰ ਹਾਂ ਜੀ। ਅੱਜ ਅਸੀਂ ਸਟੈਪ ਬਾਏ ਸਟੈਪ ਦਿੱਲੀ ਦੀਆਂ ਸਰਹੱਦਾਂ ਤੇ ਕੀ ਵਾਪਰ ਰਿਹਾ ਉਹਦੇ ਬਾਰੇ ਡਿਸਕਸ ਕਰਾਂਗੇ। ਵਿਸ਼ਵ ਪੱਧਰ ਤੇ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਵੱਲੋਂ ਅੰਦੋਲਨ ਦੀ ਹਮਾਇਤ ਕੀਤੀ ਗਈ ਆ ਉਹਦੇ ਬਾਰੇ ਵੀ ਅਸੀਂ ਚਾਨਣਾ ਪਾਵਾਂਗੇ। ਨਵਦੀਪ ਕੌਰ ਦੇ ਉੱਤੇ ਤਸ਼ੱਦਦ ਕੀਤੇ ਗਏ ਨੇ ਉਹਨਾਂ ਬਾਰੇ ਵੀ ਅਸੀਂ ਤੁਹਾਡੇ ਨਾਲ ਵਿਚਾਰ ਵਟਾਂਦਰੇ ਸਾਂਝੇ ਕਰਾਂਗੇ। ਪੱਤਰਕਾਰਾਂ ਉੱਪਰ ਜ਼ੁਲਮ ਕੀਤੇ ਗਏ ਨੇ ਉਹਨਾਂ ਬਾਰੇ ਵੀ ਡਿਸਕਸ ਕੀਤੀ ਜਾਊਗੀ। ਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਫਿਰ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਸਰਦਾਰ MP ਸਿੰਘ ਜੀ। ਆਓ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵੌਇਸ ਆਫ ਇੰਡੀਆ ਦੇ ਵਿੜੇ ਵਿੱਚ। ਮਿਹਰਬਾਨੀ ਭਿੰਡਰ ਸਾਹਿਬ, ਥੈਂਕ ਯੂ ਵੈਰੀ ਮਚ ਮੈਨੂੰ ਸਮਾਂ ਦੇਣ ਦੇ ਲਈ। MP ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਦਿੱਲੀ ਦੀ ਜੋ ਸਰਹੱਦਾਂ ਤੋਂ ਤੁਹਾਡੇ ਕੋਲੇ ਨਵੀਂ ਰਿਪੋਰਟ ਆ ਉਹ ਸਾਡੇ ਦਰਸ਼ਕਾਂ ਨੂੰ ਸਾਂਝੀ ਕਰੋ ਜੀ। ਕੀ ਲੰਘੇ ਸਮੇਂ ਦੀ ਰਿਪੋਰਟ ਆ ਜੀ? ਨਵੀਂ ਤਾਂ ਨਹੀਂ ਕਹਿ ਸਕਦੇ, ਬੜੀ ਅਜੀਬੋ ਗਰੀਬ ਹੈ ਜੀ। ਹੈਰਾਨੀ ਕਰਨ ਵਾਲੀ ਆ ਉਹ ਇਹ ਹੈ ਕਿ ਸਰਕਾਰੀ ਜ਼ਬਰ ਜਿਹੜਾ ਦਿਨੋਂ ਦਿਨ ਤੇਜ਼ ਹੋ ਰਿਹਾ ਜੀ। ਕਿਸਾਨਾਂ ਨੂੰ ਇੱਕ ਖੁੱਲੀ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਗੱਲ ਚੱਲ ਰਹੀ ਆ, ਹੋ ਗਈ ਆ ਲਗਭਗ ਜੀ। ਦਿੱਲੀ ਨਾਲ ਲੱਗਦੇ ਸਾਰੇ ਬਾਰਡਰ ਜਿਹੜੇ ਆ, ਚਾਹੇ ਉਹ ਸਿੰਘੂ ਬਾਰਡਰ ਹੈ, ਟਿਕਰੀ ਹੈ, ਗਾਜ਼ੀਪੁਰ ਹੈ, ਹੋਰ ਹੈ, ਉਹਨਾਂ ਸਾਰੇ ਬਾਰਡਰਾਂ ਦੇ ਉੱਤੇ ਸਰਕਾਰ ਵੱਲੋਂ ਪੁਲਿਸ ਵੱਲੋਂ ਬੈਰੀਕੇਡਿੰਗ ਬਹੁਤ ਮਜ਼ਬੂਤ ਕਰਤੀ ਗਈ। ਕਿਉਂਕਿ ਪਿਛਲੇ ਸਮੇਂ ਦੌਰਾਨ ਵੇਖਣ ਵਿੱਚ ਆਇਆ ਕਿ ਜਿੱਥੇ ਵੀ ਬੈਰੀਕੇਡਿੰਗ ਹੋਈ ਆ ਕਿਸਾਨਾਂ ਨੇ ਉਹ ਬੈਰੀਕੇਡਿੰਗ ਦੀ ਪਰਵਾਹ ਨਹੀਂ ਕੀਤੀ। ਪੁਲਿਸ ਦੀਆਂ ਅਥਰੂ ਗੈਸ ਦੀ ਪਰਵਾਹ ਨਹੀਂ ਕੀਤੀ। ਪੁਲਿਸ ਦੇ ਜਿਹੜੇ ਸੀਗੇ ਵਾਟਰ ਕੈਨਨ ਉਹਨਾਂ ਦੀ ਪਰਵਾਹ ਨਹੀਂ ਕੀਤੀ। ਔਰ ਜਿੰਨੇ ਵੱਡੀ ਮਰਜ਼ੀ ਵੱਡੇ ਪੱਧਰ ਤੇ ਸਰਕਾਰ ਨੇ ਬੈਰੀਕੇਡਿੰਗ ਕੀਤੀ ਆ ਉਹਨਾਂ ਨੂੰ ਉਖਾੜ ਦਿੱਤਾ। ਜੇ ਸੜਕਾਂ ਦੇ ਵਿਚਕਾਰ ਟੋਏ ਪੁੱਟੇ ਸੀ ਤੇ ਟੋਏ ਉਹਨਾਂ ਨੇ ਪੂਰ ਦਿੱਤੇ। ਜੇ ਉੱਥੇ ਬੜੇ ਵੱਡੇ ਪੱਥਰ ਰੱਖੇ ਸੀਗੇ, ਗੱਡੀਆਂ ਖੜੀਆਂ ਕੀਤੀਆਂ ਸੀ, ਸਾਰਾ ਕੁਝ ਉਹਨਾਂ ਨੇ ਪਾਸੇ ਕਰਕੇ ਤੇ ਦਿੱਲੀ ਵੱਲ ਨੂੰ ਕੂਚ ਕਰ ਲਿਆ ਸੀ ਔਰ ਕਾਮਯਾਬੀ ਹਾਸਲ ਕਰ ਲਈ ਸੀ। ਇਸ ਗੱਲ ਤੋਂ ਡਰਦਿਆਂ ਹੁਣ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਸੀ ਕੁਝ ਦਿਨ ਪਹਿਲਾਂ, ਉਹ ਇਹ ਸੀ ਕਿ ਉੱਥੇ ਵੱਡੀਆਂ ਕੰਧਾਂ ਖੜੀਆਂ ਕਰਤੀਆਂ ਗਈਆਂ, ਵੱਡੀਆਂ ਖਾਈਆਂ ਪੁੱਟਤੀਆਂ ਗਈਆਂ, ਕੰਡੇ ਵਾਲੀਆਂ ਤਾਰਾਂ ਲਾਤੀਆਂ ਗਈਆਂ, ਬਹੁਤ ਵੱਡੀ ਬੈਰੀਕੇਡਿੰਗ ਕਰਤੀ ਗਈ, ਇੱਥੋਂ ਤੱਕ ਕਿ ਬਾਰਡਰ ਨੂੰ ਕਿਸੇ ਵੀ ਤਰੀਕੇ ਨਾਲ ਕ੍ਰਾਸ ਨਾ ਕਰ ਜਾਣ ਕਿਸਾਨ। ਉੱਥੇ ਕਿੱਲ ਗੱਡਦੇ ਗਏ, ਕਿੱਲ ਬੜੇ ਮਜ਼ਬੂਤ ਗੱਡੇ, ਪਰ ਕਿਸਾਨਾਂ ਨੇ ਉਹ ਕਿੱਲ ਪੈਰਾਂ ਨਾਲ ਹੀ ਮਿੱਧ ਦਿੱਤੇ, ਮੋੜ ਦਿੱਤੇ। ਅਖੀਰ ਇੱਕ ਬਾਰਡਰ ਤੋਂ ਪਤਾ ਲੱਗਾ ਕਿ ਸਰਕਾਰ ਨੇ ਉਹ ਕਿੱਲ ਜਿਹੜੇ ਸੀ ਉਹ ਆਪੇ ਪੱਟ ਲਏ। ਸ਼ਰਮ ਦੇ ਮਾਰਿਆਂ ਪੱਟ ਲਏ, ਜਾਂ ਕਿਸੇ ਨੇ ਜਾਂ ਲਾਂਤਾਂ ਪਈਆਂ ਜਿਹੜੀਆਂ ਉਹਨਾਂ ਕਰਕੇ ਪੱਟ ਲਏ। ਹੁਣ ਅਜੇ ਵੀ ਕੁਝ ਬਾਰਡਰਾਂ ਤੇ ਕਿੱਲ ਉਸੇ ਤਰੀਕੇ ਨਾਲ ਹੈਗੇ। ਨਵੀਂ ਗੱਲ ਕੀ ਹੋਈ ਹੈ? ਨਵੀਂ ਗੱਲ ਇਹ ਹੋਈ ਆ ਕਿ ਜਿਹੜੇ ਕਿਸਾਨ ਆਗੂ ਟਕੈਤ, ਰਕੇਸ਼ ਟਕੈਤ, ਉਹਨਾਂ ਨੇ ਇੱਕ ਬੜੀ ਨਵੀਂ ਗੱਲ ਕੀਤੀ। ਉਹਨਾਂ ਨੇ ਕੀਤੀ, ਉਹ ਕਿੱਲਾਂ ਦੇ ਉੱਤੇ ਮਿੱਟੀ ਪਾਤੀ, ਉੱਥੇ ਫੁੱਲ ਬੀਜਤੇ ਜੀ। ਠੀਕ ਹੈ ਜੀ। ਇਹ ਇੱਕ ਸੁਨੇਹਾ ਬੜਾ ਜ਼ਬਰਦਸਤ ਕਰਾਰੀ ਚਪੇੜ ਆ ਸਰਕਾਰ ਦੇ ਮੂੰਹ ਤੇ ਕਿ ਤੁਸੀਂ ਸਾਡੇ ਵਾਸਤੇ ਕੰਡੇ ਬੀਜਦੇ ਹੋ, ਅਸੀਂ ਤੁਹਾਡੇ ਵਾਸਤੇ ਫੁੱਲ ਲੈ ਕੇ ਆਏ। ਠੀਕ ਹੈ ਜੀ। ਇਹ ਹੁਣ ਜੇ ਬਸ਼ਰਮੀ ਦੀ ਹੱਦ ਹੈ ਕਿ ਸਰਕਾਰ ਨੂੰ ਜਾਂ ਸਰਕਾਰ ਦੇ ਕਰਿੰਦਿਆਂ ਨੂੰ ਇਹ ਗੱਲ ਸਮਝ ਹੀ ਨਹੀਂ ਆਉਂਦੀ। ਨਹੀਂ ਜੀ, ਉਹਨਾਂ ਨੂੰ ਸਮਝ ਨਹੀਂ ਆ ਸਕਦੀ, ਕਿਉਂਕਿ ਪਿਛਲੇ ਆਪਾਂ ਦਿਨਾਂ 'ਚ ਦੇਖ ਸਕਦੇ ਹਾਂ ਕਿੱਡੇ ਜਿਹੜੇ ਸਮਾਜਿਕ ਲੋਕ ਹੈਗੇ ਆ ਉਹਨਾਂ ਵੱਲੋਂ ਕਿੱਡੀਆਂ ਉਹਨਾਂ ਤੇ ਚਪੇੜਾਂ ਮਾਰੀਆਂ ਗਈਆਂ। ਤੁਸੀਂ ਇੰਟਰਨੈਸ਼ਨਲ ਲੈਵਲ ਤੇ ਦੇਖ ਲਓ ਕਿ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਨੂੰ ਲਾਹਨਤਾਂ ਪਾ ਰਿਹਾ, ਕਿਸੇ ਦਾ ਰਾਸ਼ਟਰਪਤੀ ਉਹਨਾਂ ਨੂੰ ਲਾਹਨਤਾਂ ਪਾ ਰਿਹਾ, ਪਰ ਨਹੀਂ, ਉਹਨਾਂ ਦੇ ਤੇ ਕੋਈ ਅਸਰ ਨਹੀਂ ਹੋ ਰਿਹਾ। ਚਲੋ, ਤੁਹਾਡੀ ਇਸੇ ਗੱਲ ਨੂੰ ਮੈਂ ਅੱਗੇ ਲੈ ਕੇ ਜਾਵਾਂ। ਜਿਹੜੀ ਇੱਕ ਪੌਪ ਸਿੰਗਰ, ਵਰਲਡ ਫੇਮਸ ਪੌਪ ਸਿੰਗਰ ਹੈ ਰਿਆਨਾ, ਉਂਝ ਅਸੀਂ ਉਹ ਰਿਹਾਨਾ ਕਰੀ ਜਾਂਦੇ, ਰਿਆਨਾ ਉਹਦਾ ਨਾਮ। ਠੀਕ ਹੈ ਜੀ। ਉਹਦੇ 10 ਕਰੋੜ ਤੋਂ ਵੱਧ ਫੋਲੋਅਰਸ ਹੈਗੇ ਔਰ ਹਾਂਜੀ, ਜਿਹੜੇ ਉਹਨੂੰ ਫੋਲੋ ਕਰਦੇ ਆ, ਜਿਹੜੇ ਉਹਦੇ ਉਪਾਸ਼ਕ ਹੈ, ਜਿਹੜਾ ਉਹਦੇ ਗੀਤ ਨੂੰ, ਸੰਗੀਤ ਨੂੰ ਪਸੰਦ ਕਰਦੇ ਆ। ਇਹ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਣੀ ਕਮਿਊਨਿਟੀ ਦੇ ਵਿੱਚ ਲਤਾ ਮੰਗੇਸ਼ਕਰ ਹੋ ਗਈਆਂ, ਅਨੁਰਾਧਾ ਪੌਡਵਾਲ ਹੋ ਗਏ, ਉਵੇਂ ਅੰਗਰੇਜ਼ਾਂ ਦੇ ਵਿੱਚ ਕਹਿੰਦੇ ਇਹ ਰਿਆਨਾ। ਹਾਂਜੀ। ਚਲੋ ਮੈਂ ਉਹ ਲਤਾ ਮੰਗੇਸ਼ਕਰ ਦੀ ਵੀ ਗੱਲ ਕਰੂੰਗਾ। ਰਿਆਨਾ ਨੂੰ ਸਾਡੀ ਗੱਲ ਸਮਝ ਆਉਂਦੀ, ਸਾਡੀ ਲੈਂਗੁਏਜ ਸਮਝ ਆਉਂਦੀ ਕਿ ਨਹੀਂ ਆਉਂਦੀ ਇਹ ਨਹੀਂ ਪਤਾ ਸਾਨੂੰ। ਉਹਦਾ ਮਿਊਜ਼ਿਕ ਪਤਾ ਨਹੀਂ
ਮਿਊਜ਼ਿਕ ਤਾਂ ਮਿਊਜ਼ਿਕ ਹੀ ਹੁੰਦਾ, ਇਹ ਟੁਣਕਾਰ ਜੀ ਤਾਂ ਵੱਜਦੀ ਹੈ ਪਰ ਸਮਝ ਨਹੀਂ ਆਉਂਦੀ ਉਹ ਕੀ ਗਾਉਂਦੀ ਆ, ਸਾਡੀ ਸਮਝ ਤੋਂ ਬਾਹਰ। ਹਾਂਜੀ। ਪਰ ਉਹਨੇ ਕੋਈ ਏਡੀ ਵੱਡੀ ਗੱਲ ਨਹੀਂ ਸੀ ਕਹੀ ਜਿਹਦਾ ਇੰਨਾ ਹੋ ਹੱਲਾ ਮਚਿਆ ਹਿੰਦੁਸਤਾਨ ਦੇ ਵਿੱਚ। ਉਹਨੇ ਕਿਹਾ ਸੀਗਾ ਕਿ ਇਹ ਜੋ ਸਾਰਾ ਕੁਝ ਹੋ ਰਿਹਾ ਅਸੀਂ ਬੋਲਦੇ ਕਿਉਂ ਨਹੀਂ, ਛੋਟੀ ਜੀ ਗੱਲ ਜੀ ਬਿਲਕੁਲ। ਉਹਨੇ ਕੋਈ ਵੱਡੀ ਗੱਲ ਨਹੀਂ ਕਹੀ, ਉਹਨੇ ਕਿਹਾ ਅਸੀਂ ਬੋਲਦੇ ਕਿਉਂ ਨਹੀਂ। ਉਹਨੇ ਤਾਂ ਇਹ ਕਿਹਾ ਕਿ ਅਸੀਂ ਕਿਉਂ ਨਹੀਂ ਬੋਲਦੇ, ਪਰ ਕੌਣ ਬੋਲੇ। ਦੋ ਤਰ੍ਹਾਂ ਬੋਲੀਆਂ। ਇੱਕ ਤਾਂ ਉਹ ਧਿਰ ਬੋਲੀ ਜਿਹਦੇ ਪੱਖ 'ਚ ਜਾਂਦੀ ਸੀ ਗੱਲ ਇਹ ਕਿ ਕੋਈ ਸਾਡੇ ਲਈ ਚਿੰਤਾ ਤੋਂ ਰਹਿ ਕਿ ਦੁਨੀਆ ਜਾਂ ਜਿਹੜੇ ਚੰਗੇ ਲੋਕ ਆ ਉਹ ਆਪਦਾ ਮੂੰਹ ਕਿਉਂ ਨਹੀਂ ਖੋਲਦੇ, ਕਿਉਂਕਿ ਚੁੱਪ ਰਹਿਣਾ ਵੀ, ਨਸੀਰੁੱਦੀਨ ਸ਼ਾਹ ਨੇ ਕਿਹਾ ਕਿ ਚੁੱਪ ਰਹਿਣਾ ਵੀ ਜਿਹੜਾ ਨਾ ਉਹ ਵੀ ਗਲਤ ਹੈ ਜੀ। ਠੀਕ ਹੈ, ਸਾਨੂੰ ਬੋਲਣਾ ਹੀ ਚਾਹੀਦਾ। ਜਦੋਂ ਜ਼ੁਲਮ ਦੇ ਖਿਲਾਫ ਤੁਸੀਂ ਬੋਲਦੇ ਹੋ, ਠੀਕ ਹੈ, ਤੁਹਾਡੀ ਸੁਰ ਮੱਧਮ ਹੋ ਸਕਦੀ, ਨੀਵੀਂ ਹੋ ਸਕਦੀ, ਘੱਟ ਹੋ ਸਕਦੀ, ਉੱਚੀ ਹੋਵੇ ਤਾਂ ਬਹੁਤ ਚੰਗੀ ਗੱਲ ਹੈ। ਜ਼ੁਲਮ ਸਹਿਣਾ ਜਿੰਨਾ ਖਤਰਨਾਕ ਆ ਉਨਾ ਕਿਸੇ ਤੇ ਹੁੰਦਾ ਦੇਖਣਾ ਵੀ ਉਹ ਤੋਂ ਵੱਧ ਖਤਰਨਾਕ। ਉਹਦੇ ਲਈ ਨਾ ਬੋਲਣਾ। ਹਾਂਜੀ, ਉਹਦੇ ਲਈ ਨਾ ਬੋਲਣਾ। ਹੁਣ ਰਿਆਨਾ ਨੇ ਸਿਰਫ ਇੰਨੀ ਗੱਲ ਕਹੀ ਸੀਗੀ, ਇਸ ਗੱਲ ਦਾ ਬਾਤ ਦਾ ਪਤੰਗੜ ਬਣਾ ਕੇ ਜਿਹੜੇ ਕਦੀ ਬੋਲੇ ਹੀ ਨਹੀਂ ਸੀ ਪਹਿਲਾਂ ਉਹ ਵੀ ਜਿਹੜੇ ਉਹ ਟਪੂਸੀਆਂ ਮਾਰਨ ਲੱਗ ਪਏ। ਠੀਕ ਹੈ ਜੀ। ਇੱਕ ਮੈਨੂੰ ਕਹਿਣ 'ਚ ਕੋਈ ਨਹੀਂ ਗੁਰੇਜ਼, ਸਾਡੇ ਇੱਕ ਮੂੰਹ ਫੱਟ ਫਿਲਮ ਕਲਾਕਾਰ ਕੰਗਣਾ ਰਣੌਤ ਨੂੰ ਨਵਾਂ ਚਾਅ ਚੜਿਆ। ਕਹਿੰਦੇ ਨੇ ਜੀ ਕੁਛ ਇੱਕ ਚਲੋ ਗੱਲ ਹੋਰ ਪਾਸੇ ਚਲੀ ਜਾਂਦੀ ਕਈ ਵਾਰੀ ਵੀ ਜਿਹੜਾ ਨਵਾਂ ਕਿਸੇ ਧਰਮ ਨੂੰ ਮੰਨਣ ਲੱਗ ਪਏ ਨਾ ਜੀ, ਉਹ ਕਹਿੰਦੇ ਵੱਧ ਪਾਠ ਪੂਜਾ ਕਰਦਾ ਹੁੰਦਾ। ਠੀਕ ਹੈ। ਮੁਸਲਮਾਨ ਬਾਰੇ ਵੀ ਕਿਸੇ ਨੇ ਏਦਾਂ ਗੱਲ ਕੀਤੀ ਵੀ ਜਿਹੜਾ ਨਵਾਂ ਮੁਸਲਮਾਨ ਬਣਿਆ ਹੋਵੇ ਉਹ ਨਮਾਜ਼ਾਂ ਜ਼ਿਆਦਾ ਪੜ੍ਹਦਾ। ਇੰਝ ਵੀ ਦੂਜਿਆਂ ਬਾਰੇ ਵੀ ਏਦਾਂ ਹੀ ਹੈ, ਜਿਹਨੇ ਨਵਾਂ ਕਿਸੇ ਧਰਮ ਨੂੰ ਅਪਣਾਇਆ ਹੁੰਦਾ ਨਾ ਜੀ, ਉਹ ਉਹਦੀਆਂ ਸਿਫਤਾਂ ਵੱਧ ਕਰਦਾ, ਉਹਦੇ ਗੁਣ ਗਾਣ ਜ਼ਿਆਦਾ ਕਰਦਾ। ਕੰਗਣਾ ਰਣੌਤ ਨੇ ਵੀ ਸਰਕਾਰ ਦੇ ਗੁਣ ਗਾਣ ਜ਼ਿਆਦਾ ਗਾਏ ਆ, ਕਿਉਂਕਿ ਕੁਝ ਸਰਕਾਰੀ ਲੋਕਾਂ ਨੇ ਜਦੋਂ ਇਹਨੇ ਨਜਾਇਜ਼ ਤੌਰ ਤੇ ਕੰਸਟਰਕਸ਼ਨ ਕੀਤੀ ਸੀ ਬੰਬੇ ਵਿੱਚ, ਉਹ ਜਦੋਂ ਉੱਥੋਂ ਦੀ ਮਿਊਨਿਸਪੈਲਿਟੀ ਨੇ ਤੋੜ ਦਿੱਤੀ ਤੇ ਸਰਕਾਰੀ ਜਿਹੜੇ ਧਿਰ ਦੇ ਤੰਤਰ ਦੇ ਬੰਦੇ ਸੀਗੇ ਉਹਨਾਂ ਨੇ ਇਹਦੀ ਹਮਾਇਤ ਕੀਤੀ ਵੀ ਉਹਦਾ ਘਰ ਢਾਤਾ ਜੀ। ਹਾਲਾਂਕਿ ਉਹਨਾਂ ਨੇ ਨਜਾਇਜ਼ ਪਾਇਆ, ਢਾਇਆ ਕਿਉਂ ਨਾ ਜਾਵੇ। ਠੀਕ ਹੈ ਜੀ। ਉਹਦੀ ਅਸਲੀਅਤ ਕੀ ਹੈ ਮੈਂ ਉਹਦੇ ਪਿੱਛੇ ਨਹੀਂ ਜਾਣਾ ਚਾਹੁੰਦਾ, ਪਰ ਮੈਂ ਉਹਦੀ ਉਸ ਲੜਕੀ ਦੀ ਗੱਲ ਕਰਦਾ, ਕੰਗਣਾ ਰਣੌਤ ਦੀ, ਜਿਹੜੀ ਇੰਨੀ ਮੂੰਹ ਫੱਟ ਹੈ। ਉਹਨੂੰ ਲੱਗਦਾ ਕਿ ਮੈਨੂੰ ਇਹਦੇ ਲਈ ਬੋਲਣਾ ਹੀ ਚਾਹੀਦਾ, ਭਾਵੇਂ ਉਹ ਗਲਤ, ਭਾਵੇਂ ਆਪ ਫਸ ਜਾਂਦੀ ਹੈ। ਉਹ ਟਵੀਟ ਕਰਕੇ ਮੁੜ ਕੇ ਬਾਅਦ ਚ ਉਹਨੂੰ ਮਜਬੂਰ ਹੋ ਕੇ ਟਵੀਟ ਡਿਲੀਟ ਵੀ ਕਰਨਾ ਪੈਂਦਾ, ਰੀਟਵੀਟ ਦੀ ਬਜਾਏ ਉਹ ਡਿਲੀਟ ਕਰਦੀ ਹੈ। ਠੀਕ ਹੈ ਜੀ। ਉਹ ਸ਼ਰਮ ਹਜਾ ਦੀਆਂ ਪੂਰੀਆਂ ਹੱਦਾਂ ਟੱਪ ਚੁੱਕੀ ਹੈ। ਕਿਸੇ ਔਰਤ ਬਾਰੇ, ਕਿਸੇ ਲੜਕੀ ਬਾਰੇ ਇਹੋ ਜਿਹੀ ਗੱਲ ਕਰਦੇ ਆ, ਮੈਨੂੰ ਖੁਦ ਨੂੰ ਮਹਿਸੂਸ ਹੁੰਦਾ ਕਿ ਨਹੀਂ ਕਰਨੀ ਚਾਹੀਦੀ, ਪਰ ਜਿਸ ਪੱਧਰ ਤੇ ਉਹ ਪਹੁੰਚ ਗਈ ਆ ਉਹਦੀ ਨਿੰਦਿਆ ਕਰਨੀ ਬਹੁਤ ਜ਼ਰੂਰੀ ਹੈ। ਜਿਹੜੀ ਹੁਣ ਤੁਸੀਂ ਦੂਜੀ ਗੱਲ ਕੀਤੀ, ਇਹ ਤਾਂ ਚਲੋ ਇੱਕ ਹੋਰ ਗੱਲ, ਇੱਕ ਸਵੀਡਨ ਦੀ ਲੜਕੀ ਆ, ਛੋਟੀ ਬੱਚੀ ਹੈ ਜਿਹੜੀ ਵਾਤਾਵਰਣ ਦੇ ਸੰਬੰਧ ਦੇ ਵਿੱਚ ਇੰਨੀਆਂ ਵੱਡੀਆਂ ਉਹਦੀਆਂ ਪ੍ਰਾਪਤੀਆਂ, ਯੂਐਨਓ ਦੇ ਵਿੱਚ ਵੀ ਜਾ ਕੇ ਬੋਲੀ ਜੀ। ਉਹ ਤਾਂ ਵਾਤਾਵਰਣ ਦੇ ਪੱਖ ਵਿੱਚ ਉਹਨੇ ਬਹੁਤ ਵੱਡੀ ਗੱਲ ਕੀਤੀ। ਜਿਹੜੇ ਮਾੜੀ ਮੋਟੀ ਤੜਫੜ ਕਰਦੇ ਸੀ ਉਹਨਾਂ ਦੇ ਮੂੰਹ ਤੇ ਉਹਨੇ ਜਾ ਕੇ ਕਿਹਾ ਕਿ ਦੱਸੋ ਤੁਸੀਂ ਇਹ ਕਿਉਂ ਨਹੀਂ ਏਦਾਂ ਕਰਦੇ। ਮਤਲਬ ਕਹਿੰਦੀ ਮੇਰਾ ਫਿਊਚਰ, ਮੈਂ ਆਪਦੇ ਫਿਊਚਰ ਹੀ ਲੜਦੀ ਪਈ ਆ, ਮੈਂ ਆਉਣ ਵਾਲੀਆਂ ਪੀੜ੍ਹੀਆਂ ਦੇ ਫਿਊਚਰ ਹੀ ਲੜਦੀ ਆ। ਤੁਸੀਂ ਤਾਂ ਆਪਦਾ ਤਬਾਹ ਕਰ ਲਿਆ ਜੋ ਕਿ ਕਰ ਲਿਆ, ਪਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਉਸ ਮੰਜ਼ਰ ਤੱਕ ਨਹੀਂ ਪਹੁੰਚਾ ਸਕਦੇ ਕਿ ਸਾਰਾ ਕੁਝ ਜਿਹੜਾ ਉਹ ਦੁਨੀਆ ਤੋਂ ਉਦਾਂ ਹੀ ਖਤਮ ਹੋ ਜਾਏ। ਠੀਕ ਹੈ ਜੀ। ਉਸ ਲੜਕੀ ਨੇ ਵੀ ਇਹ ਗੱਲ ਕਹੀ ਕਿ ਜਿਹੜੇ ਫਾਰਮਰਸ ਹੈ ਉਹ ਐਜੀਟੇਸ਼ਨ ਕਰ ਰਹੇ ਆ, ਪੀਸਫੁਲ ਕਰ ਰਹੇ, ਰਾਈਟ ਹੈ ਜੀ। ਠੀਕ ਹੈ ਜੀ। ਉਹ ਪੀਸਫੁਲ ਰਾਈਟ ਜਿਹੜਾ ਉਹਨਾਂ ਦਾ ਹੈਗਾ ਪ੍ਰੋਟੈਸਟ ਕਰਨ ਦਾ, ਉਹ ਖੋਇਆ ਨਹੀਂ ਜਾਣਾ ਚਾਹੀਦਾ। ਬਿਲਕੁਲ। ਠੀਕ ਹੈ ਜੀ। ਇਹਨਾਂ ਨੂੰ ਲੱਗਦਾ ਸੀਗਾ ਵੀ ਇਹ ਛੋਟੀ ਜੀ ਕੁੜੀ ਹੈ, ਅਸੀਂ ਤਾਂ ਟਵੀਟ ਕਰਕੇ ਤੇ ਅਸੀਂ ਤਾਂ ਉਹਨੂੰ ਮਾਫੀ ਮੰਗਣ ਲਈ ਮਜਬੂਰ ਕਰ ਦਾਂਗੇ। ਉਹਨੇ ਰੀਟਵੀਟ ਕੀਤਾ। ਉਹਨੇ ਕਿਹਾ ਫਿਰ ਕਿ ਤੁਸੀਂ ਮੇਰੇ ਬਾਰੇ ਬੋਲਦੇ ਆ, ਮੈਨੂੰ ਪਤਾ, ਮੈਂ ਤੁਹਾਡੇ ਤੋਂ ਡਰਨ ਵਾਲੇ ਨਹੀਂ। ਤੇ ਆਪਣੇ ਵਾਲਿਆਂ ਨੇ ਉਹਦੇ ਤੇ ਪਰਚਾ ਕੱਟਦਾ ਜੀ। ਹਾਂ, ਉਹ ਮਤਲਬ ਪਰਚਾ ਕੀ ਕਰਨਗੇ, ਉਹਨੂੰ ਫੜ ਕੇ ਲਿਆਉਣਗੇ ਉੱਥੋਂ। ਠੀਕ ਹੈ ਜੀ। ਔਰ ਜੇ ਇਹੋ ਜਿਹੇ ਪਰਚੇ ਕਰਕੇ ਆਪਦੀ ਬਦਨਾਮੀ ਕਰਾਉਂਦੇ ਆ, ਸ਼ੋਭਾ ਥੋੜੀ ਹੁੰਦੀ ਹੈ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਆਪਾਂ ਹੋਰ ਗੱਲ ਕਰੀਏ, ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀ ਹੈਗੇ ਆ, ਵਰਲਡ ਫੇਮਸ ਸੈਲੀਬ੍ਰਿਟੀ ਹੈਗੇ ਆ, ਉਹਨਾਂ ਨੇ ਇਸ ਕਿਸਾਨੀ ਅੰਦੋਲਨ ਦੇ ਇਸ ਪੱਖ ਦੀ ਭਰਪੂਰ ਸ਼ਲਾਘਾ ਕੀਤੀ ਆ
ਕਿ ਇਹ ਪੀਸਫੁਲ ਹੈਗੇ, ਜੀ ਬਿਲਕੁਲ, ਇਹ ਹਿੰਸਕ ਨਹੀਂ ਹੈ, ਹਿੰਸਕ ਨਹੀਂ ਹੋਏ। ਹਾਂ, ਕੁਛ ਉਹ 26 ਸਾਡਾ ਜਿਹੜਾ ਮੀਡੀਆ ਉੱਥੇ ਆਪਣੇ ਆਪ ਨੂੰ ਨੈਸ਼ਨਲ ਮੀਡੀਆ ਕਹਾਉਂਦਾ, ਉਹਨੇ 26 ਜਨਵਰੀ ਦੀਆਂ ਘਟਨਾਵਾਂ ਨੂੰ ਵਧਾ ਚੜਾ ਕੇ ਪੇਸ਼ ਕੀਤਾ। ਬਾਰ-ਬਾਰ ਉਹੀ ਫਿਲਮ, ਉਹੀ ਮੂਵੀ ਜਿਹੜੀ ਆ ਘਮਾਈ ਜਾਂਦੇ ਆ, ਉਹੀ ਕਲਿੱਪ ਬਾਰ-ਬਾਰ ਦਿਖਾਈ ਜਾਂਦੇ ਆ, ਜਿਨ੍ਹਾਂ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਦੇਖੋ ਜੀ ਕਿੱਦਾਂ ਹਿੰਸਕ ਹੋ ਗਏ, ਦੇਖੋ ਜੀ ਕਿੱਦਾਂ ਕਿਰਪਾਨਾਂ ਲਹਿਰਾਈਆਂ ਜਾ ਰਹੀਆਂ, ਦੇਖੋ ਜੀ ਕਿਵੇਂ ਝੰਡਾ ਤਿਰੰਗਾ ਜਿਹੜਾ ਉਹਦਾ ਅਪਮਾਨ ਕੀਤਾ ਜਾ ਰਿਹਾ, ਦੇ ਉੱਥੇ ਖਾਲਸਾਈ ਝੰਡਾ ਦੇਖੋ ਕਿਵੇਂ ਚੜਾਇਆ ਜਾ ਰਿਹਾ, ਉੱਥੇ ਕਿਸਾਨੀ ਦਾ ਝੰਡਾ ਚੜਾ ਦਿੱਤਾ ਗਿਆ, ਇਹ ਤਾਂ ਲਾਲ ਕਿਲ੍ਹੇ ਦਾ ਅਪਮਾਨ ਹੋ ਗਿਆ। ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ, ਜਿਹਦੇ ਚ ਅਸਲੀਅਤ ਇਹ ਤੋਂ ਬਹੁਤ ਦੂਰ ਹੈ। ਜੇ ਅਸੀਂ ਉਹਦੇ ਤੇ ਗੱਲ ਕਰਨ ਲੱਗ ਪਈਏ ਸ਼ਾਇਦ ਘੰਟਿਆਂ ਬੱਧੀ ਗੱਲ ਹੋ ਸਕਦੀ ਹੈ, ਪਰ ਉਹਨਾਂ ਤੇ ਮੂੰਹ ਤੇ ਚਪੇੜ ਵੀ ਵੱਜ ਰਹੀ ਹੈ। ਮੀਡੀਆ ਜਿਹੜਾ ਵਾ ਉਹ ਦੂਜਾ ਪੱਖ ਵੀ ਬਹੁਤ ਬਖੂਬੀ ਉਭਾਰ ਕੇ ਦੱਸ ਰਿਹਾ, ਭਾਵੇਂ ਉਹਨਾਂ 'ਚ ਹਿੰਮਤ ਉਨੀ ਨਹੀਂ ਆ, ਉਨੀ ਤਾਕਤ ਨਹੀਂ ਹੈ, ਪਰ ਮੀਡੀਆ ਦਾ ਇੱਕ ਧੜਾ ਜਿਹੜਾ ਉਹ ਇਸ ਮਾਮਲੇ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ ਸਾਰੀਆਂ ਹੱਦਾਂ ਬੰਨੇ ਟੱਪ ਚੁੱਕਾ। ਔਰ ਸਰਕਾਰ ਦਾ ਪਿੱਠੂ ਹੈ, ਪਿਛਲੱਗ ਹੈ, ਉਹਨਾਂ ਦਾ ਝੋਲੀ ਚੁੱਕਾ, ਤਲਵੇ ਚੱਟ ਹੈ। ਠੀਕ ਹੈ ਜੀ। ਉਸ ਤੋਂ ਬਿਨਾਂ ਜਿਹੜੀ ਗੱਲ ਤੁਸੀਂ ਹੋਰ ਕੀਤੀ ਕਿ ਦੁਨੀਆ ਭਰ ਦੇ ਲੋਕਾਂ ਨੇ, ਕੋਈ ਰਾਸ਼ਟਰਪਤੀ ਬੋਲਿਆ, ਕੋਈ ਪ੍ਰਧਾਨ ਮੰਤਰੀ ਬੋਲਿਆ, ਬਿਨਾਂ ਸ਼ੱਕ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਕਿਹਾ ਕਿ ਕਾਨੂੰਨ ਬੇਸ਼ੱਕ ਇਹ ਹੈਗੇ ਆ, ਚੰਗੇ ਆ, ਤਬਦੀਲੀ ਆਉਣੀ ਚਾਹੀਦੀ ਆ, ਪਰ ਕਿਸਾਨਾਂ ਦੇ ਅੰਦੋਲਨ ਨੂੰ ਇਸ ਤਰੀਕੇ ਨਾਲ ਦਬਾਉਣਾ ਗਲਤ ਹੈ। ਜੀ ਬਿਲਕੁਲ। ਕੈਨੇਡਾ ਦਾ ਪ੍ਰਧਾਨ ਮੰਤਰੀ ਸਭ ਤੋਂ ਪਹਿਲਾ ਪ੍ਰਧਾਨ ਮੰਤਰੀ ਹੋਇਆ ਜਿਹਨੇ ਦੁਨੀਆ 'ਚ ਸਭ ਤੋਂ ਪਹਿਲਾਂ ਇਸ ਅੰਦੋਲਨ ਦੀ ਹਮਾਇਤ ਕੀਤੀ, ਕਿ ਇਹ ਉਹਦੇ ਪਿੱਛੇ ਸਾਰਾ ਦੇਖੋ ਰੀਜ਼ਨ ਇੱਕੋ ਹੀ ਹੈ, ਇੱਕੋ ਰੀਜ਼ਨ ਹੈ ਕਿ ਕਿਸਾਨਾਂ ਦਾ ਅੰਦੋਲਨ ਸ਼ਾਂਤਮਈ ਹੈ। ਕਿਸੇ ਨੇ ਵੀ ਇਹ 26 ਜਨਵਰੀ ਦੀਆਂ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਉਹਨਾਂ ਦੀ ਸ਼ਲਾਘਾ ਨਹੀਂ ਕੀਤੀ, ਉਹਨਾਂ ਦੀ ਸਗੋਂ ਨਿੰਦਿਆ ਕੀਤੀ, ਇਹ ਕਿਹਾ ਕਿ ਏਦਾਂ ਨਹੀਂ ਹੋਣਾ ਚਾਹੀਦਾ, ਇਹ ਗਲਤ ਹੈ। ਸੋ ਜਿਹੜੇ ਵੀ ਦੇਸ਼ਾਂ ਦੇ ਮੁਖੀ ਜਿਹੜੇ ਬੋਲੇ ਆ, ਜਾਂ ਜਿਹਨਾਂ ਵੀ ਦੇਸ਼ਾਂ ਦੇ ਸੈਲੀਬ੍ਰਿਟੀ ਬੋਲੇ ਆ, ਉਹ ਇਸ ਗੱਲੋਂ ਕਿਸਾਨਾਂ ਦੀ ਹਮਾਇਤ ਕੀਤੀ ਉਹਨਾਂ ਨੇ ਕਿ ਇਹ ਅੰਦੋਲਨ ਹੱਕ ਮੰਗਦੇ ਲੋਕਾਂ ਦਾ ਸ਼ਾਂਤਮਈ ਅੰਦੋਲਨ ਹੈ। ਠੀਕ ਹੈ ਜੀ। ਇਸ ਅੰਦੋਲਨ ਨੂੰ ਦਬਾਇਆ ਨਹੀਂ ਜਾ ਸਕਦਾ, ਇਸ ਅੰਦੋਲਨ ਨੂੰ ਕੁਚਲਿਆ ਨਹੀਂ ਜਾ ਸਕਦਾ, ਉਹਨਾਂ ਦੀ ਗੱਲ ਸੁਣਨੀ ਪਏਗੀ। ਹੁਣ ਤਾਂ ਗੱਲ UN ਤੱਕ ਪਹੁੰਚ ਗਈ। UN ਦੇ ਹਿਊਮਨ ਰਾਈਟਸ ਕਮੇਟੀ ਹੈ ਇੱਕ, ਉਸ ਕਮੇਟੀ ਨੇ ਤਾਂ ਬਹੁਤ ਗੰਭੀਰ ਨੋਟਿਸ ਲਿਆ। ਠੀਕ ਹੈ ਜੀ। ਜਿਸ ਤਰੀਕੇ ਨਾਲ ਨੋਟਿਸ ਲਿਆ ਹੈਗਾ, ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਚੰਗੇ ਕੰਨ ਖਿੱਚੇ ਗਏ ਆ। ਜੇ ਜਿੱਦਾਂ ਦੀ 26 ਵਾਲੀ ਘਟਨਾ ਸਾਹਮਣੇ ਆਈ ਆ ਕਿ ਉਹ ਸਰਕਾਰ ਤੇ ਕੁਝ ਸਰਕਾਰ ਦੇ ਝੋਲੀ ਚੁੱਕਾਂ ਵੱਲੋਂ ਰਲ ਮਿਲ ਕੇ ਜਿਹੜਾ ਅਡੰਬਰ ਰਚਿਆ ਗਿਆ ਸੀਗਾ, ਜਿਹਦੇ ਵਿੱਚ ਸਰਕਾਰ ਇਹ ਕਹਿਣ 'ਚ ਲੱਗਦਾ ਸੀ ਕਾਮਯਾਬ ਹੋ ਗਈ ਕਿ ਦੇਖੋ ਜੀ ਇਹ ਤਾਂ ਇਹਨਾਂ ਦਾ ਜਿਹੜਾ ਕਿਸਾਨਾਂ ਦਾ ਅੰਦੋਲਨ ਆ ਉਹ ਕਾਨੂੰਨ ਵਾਪਸ ਕਰਨ ਦੀ ਗੱਲ ਨਹੀਂ, ਇਹਦੇ ਪਿੱਛੇ ਤਾਂ ਘਟਨਾ ਗੱਲ ਕੋਈ ਹੋਰ ਹੈ। ਲੱਗਦਾ ਸੀਗਾ ਕਿ 6 ਫਰਵਰੀ ਦਾ ਜਿਹੜਾ ਚੱਕਾ ਜਾਮ ਹੈ, ਇਹਦੀ ਕਾਲ ਪੂਰੇ ਹਿੰਦੁਸਤਾਨ ਦੇ ਵਿੱਚ ਦਿੱਤੀ ਗਈ ਹੈ, ਜੰਮੂ ਤੋਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਇਹ ਉੱਤਰ ਪੂਰਬ ਪੱਛਮ ਸਾਰੇ ਥਾਵਾਂ ਤੇ, ਸਾਰੇ ਸੂਬਿਆਂ ਦੇ ਵਿੱਚ, ਤੇ ਸ਼ਾਇਦ ਕਿਤੇ ਨਾ ਕਿਤੇ ਸਰਕਾਰੀ ਘੁਸਪੈਠੀਏ ਇਹਦੇ ਵਿੱਚ ਆ ਕੇ ਕੋਈ ਇਹੋ ਜਿਹੀ ਘਟਨਾ ਕਰ ਜਾਣਗੇ ਜਿਹਦੇ ਨਾਲ ਕਿਸਾਨੀ ਅੰਦੋਲਨ ਬਦਨਾਮ ਹੋਊਗਾ। ਪਰ ਸਰਕਾਰ ਨੂੰ ਪਤਾ ਸੀਗਾ ਕਿ ਸਾਡੀ ਪਹਿਲੀ ਕੋਸ਼ਿਸ਼ ਜਿਹੜੀ ਆ ਉਹ ਕਾਮਯਾਬ ਨਹੀਂ ਹੋਈ, ਉਹਨਾਂ ਦੂਜੀ ਕਰਨ ਦੀ ਹਿਮਾਕਤ ਨਹੀਂ ਕੀਤੀ। MP ਸਿੰਘ ਜੀ, ਜਿੱਥੇ ਆਪਾਂ ਲੜਕੀ ਦੀ ਗੱਲ ਕਰਦੇ ਆ ਜਿਹੜੀ ਵਾਤਾਵਰਨ ਦੇ ਸੰਬੰਧ ਦੇ ਵਿੱਚ ਹਮੇਸ਼ਾ ਹੀ ਸਾਹਮਣੇ ਆਉਂਦੀ ਆ, ਤਾਂ ਦੂਜੇ ਪਾਸੇ ਸਾਡੇ ਦੇਸ਼ ਦੀਆਂ ਕੁੜੀਆਂ ਦੀ ਜੇ ਆਪਾਂ ਗੱਲ ਕਰ ਲਈਏ, ਤੇ ਜਿਵੇਂ ਦੂਸਰੇ ਦੇਸ਼ਾਂ ਦੀਆਂ ਕੁੜੀਆਂ ਕਹਿੰਦੇ ਵੀ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ, ਕੁੜੀਆਂ ਬਹੁਤ ਅੱਗੇ ਹੋ ਕੇ ਕੰਮ ਕਰਦੀਆਂ, ਤਾਂ ਸਾਡੇ ਦੇਸ਼ ਦੀਆਂ ਕੁੜੀਆਂ ਉੱਥੇ ਸੇਫ ਨਹੀਂ ਹੈਗੀਆਂ। ਇਹ ਆਪਾਂ ਨੂੰ ਮੰਨ ਲੈਣੀ ਚਾਹੀਦੀ ਆ। ਬਿਲਕੁਲ ਇਮਾਨਦਾਰੀ ਨਾਲ ਮੰਨਣ ਵਾਲੀ ਗੱਲ ਆ। ਇੱਕ ਹੀ ਪਿਛਲੇ ਕਾਫੀ ਦਿਨਾਂ ਤੋਂ, ਹੋ ਸਕਦਾ ਹੈ ਕਿ ਚੀਜ਼ ਨੂੰ 15-20 ਦਿਨ ਹੋ ਗਿਆ, ਕਿ ਕੁੜੀ ਲਾਪਤਾ ਹੋ ਗਈ ਸੀ। ਸ਼ਾਇਦ ਉਹਦਾ ਨਾਮ ਨੌਦੀਪ ਸਿੰਘ ਸੀਗਾ, ਨੌਦੀਪ ਕੌਰ ਬਹੁਤ ਦਿਨ ਲਾਪਤਾ ਰਹੀ, ਤੇ ਜਦੋਂ ਪਤਾ ਲੱਗਿਆ ਕਿ ਉਹ ਤਾਂ ਸਰਕਾਰ ਦੀ ਕਸਟਡੀ ਦੇ ਵਿੱਚ ਆ, ਤੇ ਉਹਦੇ ਤੇ ਬਹੁਤ ਜ਼ੁਲਮ ਕੀਤੇ ਗਏ ਆ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਦੱਸੋ ਜੀ, ਕੀ ਕਹਾਣੀ ਸੀ ਸਰ? ਅੱਜ 26ਵਾਂ ਦਿਨ ਆ ਜੀ ਜਦੋਂ ਨੌਦੀਪ ਨੂੰ ਕੁੰਡਲੀ ਬਾਰਡਰ ਤੋਂ ਹਰਿਆਣੇ ਦੀ ਪੁਲਿਸ ਨੇ ਚੁੱਕ ਲਿਆ। ਹਾਂਜੀ। ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਨੌਦੀਪ ਕੌਣ? ਹਾਂਜੀ। ਨੌਦੀਪ ਪੰਜਾਬ ਦੀ ਲੜਕੀ ਹੈ ਜੀ, ਜਿਹੜੀ ਦਿੱਲੀ ਗਈ ਹੋਈ ਹੈ ਪੜ੍ਹਨ ਵਾਸਤੇ। ਹਾਂਜੀ। ਪਰ ਕਿਉਂਕਿ ਗਰੀਬ ਘਰ ਚੋਂ ਆ, ਦਲਿਤ ਪਰਿਵਾਰ ਵਿੱਚੋਂ ਆ, ਉਹਦਾ ਪੜ੍ਹਾਈ ਦਾ ਖਰਚਾ ਜਿਹੜਾ ਵਾ ਉਹ ਪਰਿਵਾਰ ਉਹਨਾਂ ਨਹੀਂ ਚੁੱਕ ਸਕਦਾ ਜਿੰਨਾ ਉੱਥੇ ਖਰਚਾ ਆ ਜਾਂਦਾ। ਵੱਡੀ ਪੜ੍ਹਾਈ ਕਰਨੀ ਹੋਵੇ ਤਾਂ ਖਰਚਾ ਆਉਂਦਾ।
22-23 ਸਾਲਾਂ ਦੀ ਕੁੜੀ ਹੈ ਜੀ, ਨੌਜਵਾਨ ਜੰਗ ਕੁੜੀ ਹੈ, ਔਰ ਉਹ ਪੜ੍ਹਾਈ ਦੇ ਨਾਲ ਨਾਲ ਮਿਹਨਤ ਮਜ਼ਦੂਰੀ ਵੀ ਕਰਦੀ। ਜਿੱਥੇ ਮਿਹਨਤ ਮਜ਼ਦੂਰੀ ਉਹ ਕਰਦੀ ਆਪ, ਉਹਨੂੰ ਪਤਾ ਕਿ ਮੇਰੇ ਪਰਿਵਾਰ ਦੇ ਉੱਤੇ ਕਿਹੋ ਜਿਹੇ ਸੰਕਟ ਆ ਤੇ ਮੇਰਾ ਪਰਿਵਾਰ ਕਿਵੇਂ ਮਜਬੂਰੀਆਂ ਚੋਂ ਲੰਘ ਰਿਹਾ ਹੈਗਾ, ਤੇ ਮੈਨੂੰ ਕਿਵੇਂ ਪੜ੍ਹਨ ਦੇ ਲਈ ਮਜਬੂਰੀ ਦਾ ਬਸ ਜਿਹੜੀ ਆ ਉਹ ਮਜ਼ਦੂਰੀ ਕਰਨੀ ਪੈ ਰਹੀ ਆ। ਤੇ ਉਹਨੇ ਮਜ਼ਦੂਰਾਂ ਵਿੱਚ ਉੱਥੇ ਕੰਮ ਕਰਨਾ ਸ਼ੁਰੂ ਕਰਤਾ। ਇੰਡਸਟਰੀ ਏਰੀਆ ਜੀ, ਕੁੰਡਲੀ ਦੇ ਲਾਗੇ ਸਾਰਾ ਇੰਡਸਟਰੀ ਏਰੀਆ, ਤੇ ਉਹ ਇੰਡਸਟਰੀ ਏਰੀਆ ਦੇ ਮਜ਼ਦੂਰਾਂ ਦੇ ਮੁੰਡੇ ਕੁੜੀਆਂ ਜਿਹੜੇ ਛੋਟੀ ਉਮਰ ਦੇ ਜਾਂ ਯੰਗ ਹੈ, ਉਹਨਾਂ ਨੂੰ ਉਹਨਾਂ ਐਜੂਕੇਟ ਕਰਨਾ ਸ਼ੁਰੂ ਕੀਤਾ, ਸਿਆਣੇ ਕਰਨਾ ਸ਼ੁਰੂ ਕੀਤਾ, ਉਹਨੂੰ ਦੱਸਣਾ ਸ਼ੁਰੂ ਕੀਤਾ ਕਿ ਇਹ ਤੁਹਾਡੀ ਹੋਣੀ ਨਹੀਂ ਹੈ ਕਿ ਤੁਸੀਂ ਮਜਬੂਰੀ ਕਰਨੀ, ਮਜ਼ਦੂਰੀ ਕਰਨ ਲਈ ਤੁਹਾਡੀ, ਤੁਸੀਂ ਇਹ ਨਾ ਸਮਝੋ ਕਿ ਨਹੀਂ ਜੀ ਸਾਡੇ ਤੇ ਕਰਮਾਂ 'ਚ ਇਹ ਲਿਖਿਆ, ਸਾਡੇ ਤੇ ਕਿਸਮਤ ਹੀ ਸੀ। ਉਹਨੇ ਦੱਸਿਆ ਉਹਨਾਂ ਨੂੰ ਕਿ ਤੁਹਾਡੀ ਕਿਸਮਤ ਬਦਲੀ ਜਾ ਸਕਦੀ ਹੈ। ਉਹ ਕਿਵੇਂ ਬਦਲੂਗੀ? ਜੇ ਤੁਸੀਂ ਚੌਕਸ ਹੋਵੋਗੇ, ਤੁਹਾਨੂੰ ਇਹਦੀ ਗੱਲ ਦੀ ਜਾਣਕਾਰੀ ਹੋਊਗੀ। ਉਹ ਜਾਣਕਾਰੀ ਦੇਣ ਵਾਸਤੇ ਉਸ ਕੁੜੀ ਨੌਦੀਪ ਨੇ ਬੜੀ ਮਿਹਨਤ ਕੀਤੀ, ਤੇ ਇਸੇ ਕਰਕੇ ਉਹ ਸਰਕਾਰ ਦੀਆਂ ਅੱਖਾਂ 'ਚ ਰੜਕਦੀ ਸੀ। ਜਦੋਂ ਨੌਦੀਪ ਨੇ ਉੱਥੇ ਕੁੰਡਲੀ ਬਾਰਡਰ ਤੇ ਜਾ ਕੇ ਇਸ ਤਰੀਕੇ ਦੇ ਨਾਲ ਮਜ਼ਦੂਰਾਂ ਨੂੰ ਐਜੂਕੇਟ ਕਰਨਾ ਸ਼ੁਰੂ ਕੀਤਾ, ਤਾਂ ਇੱਕ ਦਿਨ 12 ਜਨਵਰੀ ਦੀ ਤਰਕਾਲਾਂ ਨੂੰ ਉਸ ਕੁੜੀ ਨੂੰ ਹਰਿਆਣਾ ਪੁਲਿਸ ਨੇ ਕਿਡਨੈਪ ਕਰ ਲਿਆ, ਚੁੱਕ ਲਿਆ, ਜਿਹਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਬਾਅਦ ਵਿੱਚ ਉਹਦੀ ਭਾਲ ਹੋਣੀ ਸ਼ੁਰੂ ਹੋਈ ਬੜੇ ਦਿਨਾਂ ਬਾਅਦ। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਇਹ ਗੱਲ ਸਾਹਮਣੇ ਆਈ ਇੱਕ ਦਾ ਦਿਨ ਹੀ ਪਹਿਲਾਂ ਕਿ ਉਹ ਤਾਂ ਹਰਿਆਣਾ ਪੁਲਿਸ ਦੀ ਕਸਟਡੀ 'ਚ ਆ। ਉਹਦੇ ਤੇ ਇੰਨੀ ਉਹਦੀ ਕੁੱਟਮਾਰ ਕੀਤੀ ਗਈ ਹੈ, ਏਡਾ ਉੱਤੇ ਜ਼ਬਰਦਸਤ ਜਿਹੜਾ ਜ਼ੁਲਮ ਕੀਤਾ ਗਿਆ, ਜ਼ਬਰਦਸਤੀ ਵੀ ਕੀਤੀ ਗਈ, ਜਿਹੜੀ ਕਿ ਆਮ ਸਾਡੇ ਦੇਸ਼ ਵਿੱਚ ਇੱਕ ਹੈ ਹੀ ਆ ਕਿ ਕੋਈ ਯੰਗ ਕੁੜੀ ਜਿਹੜੀ ਆ, ਨੌਜਵਾਨ ਕੁੜੀ ਜਿਹੜੀ ਆ, ਉਹ ਸੇਫ ਨਹੀਂ ਆ। ਉਹੀ ਤਾਂ ਔਰਤ ਨਹੀਂ ਸੇਫ ਪੂਰੀ ਦੇ ਪੂਰੀ, ਯੰਗ ਤਾਂ ਬਿਲਕੁਲ ਹੀ ਨਹੀਂ ਸੇਫ। ਠੀਕ ਹੈ ਜੀ। ਉਹ ਜਿਹੜਾ ਇਹ ਸਾਰੀ ਘਟਨਾ ਜਿਹੜੀ ਉਹ ਸਾਹਮਣੇ ਆਈ ਹੈ। ਹੁਣ ਉਹਦਾ ਕਸੂਰ ਕੀ ਸੀ? ਕਸੂਰ ਇੱਕ ਤਾਂ ਇਹ ਸੀਗਾ ਕਿ ਉਹ ਆਮ ਇਨਸਾਨਾਂ ਵਰਗੇ ਇਨਸਾਨ। ਦੂਜਾ ਕਸੂਰ ਉਹਦਾ ਇਹ ਆ ਕਿ ਉਹ ਲੜਕੀ ਹੈ। ਤੀਜਾ ਕਸੂਰ ਇਹ ਆ ਕਿ ਉਹ ਦਲਿਤ ਪਰਿਵਾਰ ਚੋਂ। ਚੌਥਾ ਕਸੂਰ ਇਹ ਆ ਕਿ ਉਹਦੀ ਆਵਾਜ਼ ਬੜੀ ਬੁਲੰਦ ਹੈ। ਪੰਜਵਾਂ ਕਸੂਰ ਇਹ ਆ ਕਿ ਉਹ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਆ ਗਈ। ਛੇਵਾਂ ਕਸੂਰ ਇਹ ਆ ਕਿ ਉਹ ਮਜ਼ਦੂਰ ਜਿਹੜੇ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜਦੇ ਆ, ਉਹਨਾਂ ਦੇ ਜਵਾਨ ਧੀਆਂ ਪੁੱਤਾਂ ਨੂੰ ਵੀ ਸਿਆਣੇ ਕਰਨ ਦੀ ਕੋਸ਼ਿਸ਼ ਕਰਦੀ। ਇਹ ਉਹਦਾ ਕਸੂਰ ਹੈ ਜੀ। ਇਸ ਕਸੂਰ ਬਦਲੇ ਉਹਦੇ ਨਾਲ ਇਹ ਕੁਛ ਕੀਤਾ ਗਿਆ। ਅਸੀਂ ਅੱਜ ਇੱਥੇ ਬੈਠੇ ਹਾਂ ਜੀ, ਤੇ ਮੈਂ ਚਾਹੂੰਗਾ ਕਿ ਵਾਇਸ ਆਫ ਇੰਡੀਆ ਦੇ ਪਲੇਟਫਾਰਮ ਤੋਂ ਇਹ ਆਵਾਜ਼ ਬੁਲੰਦ ਕੀਤੀ ਜਾਵੇ ਕਿ ਨੌਦੀਪ ਨੂੰ ਰਿਹਾ ਕੀਤਾ ਜਾਵੇ, ਔਰ ਉਹਨਾਂ ਲੋਕਾਂ ਤੇ ਮੁਕੱਦਮਾ ਦਰਜ ਕੀਤਾ ਜਾਵੇ, ਪੜਤਾਲ ਕੀਤੀ ਜਾਵੇ, ਉਹਨਾਂ ਨੂੰ ਸਜ਼ਾ ਹੋਵੇ ਜਿਨ੍ਹਾਂ ਨੇ ਉਹਦੇ ਨਾਲ ਜ਼ੁਲਮ ਕੀਤਾ, ਜਿਹੜੇ ਕਸੂਰਵਾਰ ਆ, ਕੋਈ ਵੀ ਕਸੂਰ, ਜਿਹੜਾ ਵੀ ਕਸੂਰਵਾਰ ਆ, ਚਾਹੇ ਉਹ ਪੁਲਿਸ ਦਾ ਕੋਈ ਅਧਿਕਾਰੀ ਹੈ, ਚਾਹੇ ਕੋਈ ਜਿਹੜਾ ਦੂਸਰਾ ਕੋਈ ਨੌਨ ਜੁਡੀਸ਼ੀਅਲ ਪਰਸਨ ਹੈਗਾ, ਉਹਦੇ ਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ। ਇਹਨਾਂ ਦੇ ਨਾਲ ਨਾਲ ਪੱਤਰਕਾਰਾਂ ਦੇ ਵੀ ਬਹੁਤ ਜ਼ੁਲਮ ਹੋ ਰਹੇ ਆ ਉੱਥੇ। ਆਪਣੇ ਦੇਖਿਆ, ਜਿਹੜਾ ਅੰਦੋਲਨ ਦੇ ਹੱਕ ਦੀ ਗੱਲ ਕਰਦਾ ਤਾਂ ਉਹਨੂੰ ਮਤਲਬ ਸਰਕਾਰਾਂ ਕਹਿੰਦੀਆਂ, ਅੱਖਾਂ ਦਿਖਾਉਣ ਲੱਗ ਜਾਂਦੀਆਂ, ਕਹਿੰਦੇ ਤੈਨੂੰ ਅਸੀਂ ਬੰਦਾ ਬਣਾਉਂਦੇ ਆ। ਉਹਨਾਂ ਬਾਰੇ ਤੁਸੀਂ ਕੀ ਡਿਸਕਸ? ਇੱਕ ਪੱਤਰਕਾਰ ਦੀ ਚਰਚਾ ਬਹੁਤ ਹੋਈ ਪਿਛਲੇ ਦਿਨਾਂ 'ਚ, ਪੂਨੀਆ। ਬਿਲਕੁਲ ਜੀ, ਅਸੀਂ ਪਹਿਲੇ ਵੀ ਐਪੀਸੋਡ ਦੇ ਵਿੱਚ ਉਹਨਾਂ ਦਾ ਅਸੀਂ ਜ਼ਿਕਰ ਕੀਤਾ ਹੈਗਾ। ਉਹਦੀ ਚਰਚਾ ਇਸ ਕਰਕੇ ਹੋਈ ਕਿ ਉਹਨੂੰ ਸ਼ਰੇਆਮ ਉੱਥੋਂ ਚੁੱਕ ਲਿਆ ਗਿਆ। ਜਿਹੜਾ ਜਦੋਂ ਉਹ ਰਿਕਾਰਡਿੰਗ ਕਰ ਰਿਹਾ ਸੀ ਆਪਦੇ ਚੈਨਲ ਵਾਸਤੇ, ਸ਼ਰੇਆਮ ਉਹਨੂੰ ਚੁੱਕ ਲਿਆ ਗਿਆ, ਉਹਦੇ ਤੇ ਜ਼ੁਲਮ ਕੀਤਾ ਗਿਆ, ਕੁੱਟਿਆ ਮਾਰਿਆ ਗਿਆ, ਉਹਦੇ ਸੱਟਾਂ ਲੱਗੀਆਂ, ਲੱਤ ਉਹਦੀ ਤੋੜਨ ਵਾਲੀ ਹਾਲਤ ਵਿੱਚ ਬਣਾ ਦਿੱਤੀ। ਤਿਹਾੜ ਜੇਲ੍ਹ 'ਚ ਉਹਨੂੰ ਸੁੱਟ ਦਿੱਤਾ ਗਿਆ। ਉਹਨੇ ਤਿਹਾੜ ਜੇਲ੍ਹ ਵਿੱਚੋਂ ਹੀ ਬੈਠ ਕੇ ਇੱਕ ਨਵਾਂ ਜਿਹੜਾ ਸੀਗਾ ਮੀਲ ਪੱਥਰ ਕੱਢ ਦਿੱਤਾ। ਉਹ ਮੀਲ ਪੱਥਰ ਕੀ ਸੀ ਕਿ ਜਿਹੜੇ ਪੱਤਰਕਾਰ ਲੋਕ ਆਏ, ਉਹ ਡਰਦੇ ਨਹੀਂ ਕਿਸੇ ਤੋਂ ਵੀ। ਉਹਨਾਂ ਨੂੰ ਜਦੋਂ ਕਿਤੇ ਸੰਸਾਰ ਪੱਧਰ ਤੇ ਲੜਾਈਆਂ ਵੀ ਹੁੰਦੀਆਂ ਨੇ ਜੀ, ਕੌਮਾਂ ਦੀਆਂ, ਦੇਸ਼ਾਂ ਦੀਆਂ ਲੜਾਈਆਂ ਹੁੰਦੀਆਂ, ਉੱਥੇ ਵੀ ਪੱਤਰਕਾਰ ਪਹੁੰਚਦੇ। ਬਿਲਕੁਲ ਜੀ। ਠੀਕ ਹੈ ਜੀ। ਜਿੱਦਾਂ ਰੈੱਡ ਕਰਾਸ ਕਹਿੰਦੇ ਨੇ ਜੀ ਪਹੁੰਚਦੀ ਆ, ਤੇ ਉੱਥੋਂ ਉਹ ਇਹ ਪੱਤਰਕਾਰ ਵੀ ਪਹੁੰਚਦੇ, ਉੱਥੋਂ ਰਿਪੋਰਟਿੰਗ ਕਰਦੇ ਆ ਕਿ ਆਹ ਦੇਖੋ ਜੀ ਕਿਸੇ ਸ਼ਹਿਰ ਤੇ ਬੰਬ ਮਾਰਤਾ ਗਿਆ, ਸ਼ਹਿਰ ਉਡਾ ਦਿੱਤਾ ਗਿਆ, ਉਸ ਜਿਹੜੀ ਆਬਾਦੀ ਵਿੱਚ ਜਿਹੜਾ ਅਟੈਕ ਕੀਤਾ ਗਿਆ, ਜਿੱਥੇ ਹਜ਼ਾਰਾਂ ਦੀ ਲੋਕ 'ਚ ਆਮ ਲੋਕ ਜਿਹੜੇ ਆ, ਨਿਰਦੋਸ਼ ਲੋਕ ਮਾਰਤੇ ਗਏ। ਇਹ ਪੱਤਰਕਾਰ ਹੀ ਦੱਸਦੇ। ਸਰਕਾਰ ਜਿਹਨੇ ਬੰਬ ਮਾਰਿਆ ਹੁੰਦਾ, ਜਿਹਨੇ ਬੰਬਾਰਮੈਂਟ ਕੀਤੀ, ਹਮਲਾ ਕੀਤਾ, ਉਹਨੇ ਨਹੀਂ ਦੱਸਣਾ। ਬਿਲਕੁਲ ਠੀਕ ਹੈ ਜੀ। ਇਹ ਪੱਤਰਕਾਰੀ ਖਬਰਾਂ ਲਿਆਉਂਦੇ ਕਰਕੇ। ਇਸੇ ਤਰ੍ਹਾਂ ਹੀ ਉਹ ਜਿਹੜਾ ਪੂਨੀਆ ਮੁੰਡਾ, ਨਵਦੀਪ ਪੂਨੀਆ, ਉਹਨੇ ਤਿਹਾੜ ਜੇਲ੍ਹ ਵਿੱਚ ਜਾ ਕੇ
ਉਹ ਜਿਹੜੇ ਜੇਲ੍ਹ ਦੇ ਕੈਦੀ ਹੋਰ ਸੀ ਉੱਥੇ, ਉਹਨਾਂ ਦੀ ਜ਼ਿੰਦਗੀ ਦੀ ਰਿਪੋਰਟਿੰਗ ਵੀ ਕਰ ਦਿੱਤੀ, ਨਾਲ ਨਾਲ ਰਿਪੋਰਟ ਕਰਤੀ। ਉਹਨੇ ਇੱਕ ਪੈਨ ਉਹਦੇ ਹੱਥ ਲੱਗ ਗਿਆ ਤੇ ਉਹਨੇ ਲੱਤ ਉੱਤੇ ਹੀ ਆਪਦੀ ਤੇ ਲਿਖਤਾ, ਸਰੀਰ ਸਾਰੇ ਤੇ ਲਿਖ ਲਿਖ ਕੇ ਤੇ ਉਹਨੇ ਰਿਪੋਰਟਿੰਗ ਕਰ ਦਿੱਤੀ। ਇਦਾਂ ਦੀਆਂ ਘਟਨਾਵਾਂ ਹੋਰ ਬਹੁਤ ਵਾਪਰਦੀਆਂ ਪਈਆਂ। ਹੁਣ ਤਾਂ ਇਹ ਹੋ ਗਿਆ ਕਿ ਤੁਸੀਂ ਸ਼ਹਿਰ ਵਾਲੇ ਪਾਸਿਓਂ ਯਾਨੀ ਦਿੱਲੀ ਵਾਲੇ ਪਾਸਿਓਂ ਕੋਈ ਪੱਤਰਕਾਰ ਅੰਦਰ ਐਂਟਰ ਨਹੀਂ ਹੋਣ ਦਿੰਦੇ। ਜੇ ਉਹ ਕੋਸ਼ਿਸ਼ ਕਰਦਾ ਤੇ ਉਹਨੂੰ ਲੰਬਾ ਚੱਕਰ ਕਈ ਕਿਲੋਮੀਟਰ ਦਾ ਪੈਦਲ ਚੱਕਰ ਕੱਟਣਾ ਪੈਂਦਾ, ਫਿਰ ਉੱਥੇ ਆ ਕੇ ਉਹ ਰਿਪੋਰਟਿੰਗ ਕਰਦਾ ਹੈਗਾ, ਕਿਉਂਕਿ ਉੱਥੇ ਬਾਰਡਰ ਤੇ ਨੈਟ ਸਰਵਿਸਿਜ਼ ਹੈ ਨਹੀਂ ਗੀਆਂ, ਤੇ ਉਹ ਜਿਹੜੀ ਉਹ ਅੱਜ ਦੀ ਘਟਨਾ ਦੀ ਰਿਪੋਰਟ ਹੈ ਉਹ ਕਈ ਵਾਰੀ ਦੂਜੇ ਦਿਨ ਜਾਂ ਤੀਜੇ ਦਿਨ ਮਿਲਦੀ ਹੈ। ਠੀਕ ਹੈ ਜੀ। ਪੱਤਰਕਾਰਾਂ ਦੇ ਉੱਤੇ ਇਹੋ ਜਿਹੇ ਜ਼ੁਲਮ ਦੀ ਕਹਾਣੀ ਜਿਹੜੀ ਆ ਬੜੀ ਲੰਬੀ ਹੈ ਤੇ ਨਵੀਂ ਨਹੀਂ ਹੈ, ਪੁਰਾਣੀ ਆ। ਪੱਤਰਕਾਰ ਜਿਹੜੇ ਆ ਉਹ ਆਪਦੀ ਜਾਨ ਤਲੀ ਤੇ ਰੱਖ ਕੇ ਕੰਮ ਕਰਦੇ ਆ, ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ, ਉਹਨਾਂ ਨੂੰ ਸਲੂਟ ਕਰਨਾ ਬਣਦਾ। ਔਰ ਪੱਤਰਕਾਰੀ ਕਿੱਤਾ ਜਿਹੜਾ ਹੈਗਾ, ਜਿਹੜੇ ਜਿਸ ਕਿੱਤੇ ਵਿੱਚ ਕੋਈ ਸ਼ੌਕੀਆ ਕਰਦੇ, ਤੁਹਾਡੇ ਵਰਗੇ ਮੇਰੇ ਵਰਗੇ ਅਸੀਂ ਸ਼ੌਕੀਆ ਪੱਤਰਕਾਰੀ ਕਰਦੇ, ਪਰ ਜਿਨ੍ਹਾਂ ਦਾ ਰੋਟੀ ਰੋਜ਼ੀ ਹੈਗੀ ਆ ਉਹਨਾਂ ਨੂੰ ਇਮਾਨਦਾਰੀ ਦਾ ਪੱਲਾ ਵੀ ਨਹੀਂ ਛੱਡਣਾ ਚਾਹੀਦਾ। ਠੀਕ ਹੈ ਜੀ। ਜਿਸ ਤਰੀਕੇ ਨਾਲ ਅੱਜ ਉਹਨਾਂ ਪੱਤਰਕਾਰਾਂ ਦੇ ਉੱਤੇ ਉਂਗਲਾਂ ਚੱਕੀਆਂ ਜਾ ਰਹੀਆਂ, ਉਹਨਾਂ ਪੱਤਰਕਾਰਾਂ ਨੂੰ ਬੁਰਾ ਭਲਾ ਵੀ ਕਿਹਾ ਜਾਂਦਾ ਜਿਹੜੇ ਲੋਕਾਂ ਦੀ ਗੱਲ ਨਹੀਂ ਕਰਦੇ, ਜੋਕਾਂ ਦੀ ਗੱਲ ਕਰਦੇ, ਸਰਕਾਰਾਂ ਦੀ ਪਿੱਠ ਪੂਰਦੇ ਆ, ਉਹਨਾਂ ਦਾ ਪੱਖ ਪੂਰਦੇ ਆ, ਤੇ ਉਹ ਪੱਤਰਕਾਰੀ ਤੇ ਕਲੰਕ ਵੀ ਹੈਗੇ। ਪਰ ਜਿਹੜੇ ਲੋਕਾਂ ਦੀ ਗੱਲ ਕਰਦੇ ਆ, ਲੋਕਾਂ ਦੇ ਲਈ ਰਿਪੋਰਟਿੰਗ ਕਰਦੇ ਆ, ਲੋਕੀ ਉਹਨਾਂ ਨੂੰ ਆਪਦੀਆਂ ਅੱਖਾਂ ਤੇ ਬਿਠਾਉਂਦੇ ਆ, ਆਪਦੇ ਸਿਰਾਂ ਤੇ ਚੁੱਕ ਲੈਂਦੇ ਆ। ਹਾਂਜੀ ਐਮਪੀਸੀ ਜੀ, ਜੇ ਆਪਾਂ ਸਰਕਾਰਾਂ ਦੀ ਵੀ ਗੱਲ ਕਰ ਲਈਏ ਤਾਂ ਸਰਕਾਰਾਂ ਸ਼ਰੇਆਮ ਕਹਿ ਰਹੀਆਂ ਕਿ ਇਹ ਜਿਹੜੇ ਬੈਠੇ ਹੋਏ ਆ ਬੰਦੇ ਅੱਤਵਾਦੀ ਆ, ਇਹ ਤਿਰੰਗੇ ਦਾ ਅਪਮਾਨ ਕਰਦੇ ਆ, ਕਿ ਤਿਰੰਗਾ ਜਿਹੜਾ ਹੈਗਾ ਇਹ ਪੈਰਾਂ 'ਚ ਰੋਲ ਲਿਆ। ਅਸਲੀਅਤ ਦੇ ਵਿੱਚ ਜਿਹੜੀ ਗੱਲ ਕੁਝ ਹੋਰ ਆ। ਕੌਣ ਮਾਣ ਜ਼ਿਆਦਾ ਰੱਖਦਾ ਤਿਰੰਗੇ ਦਾ, ਸਰਕਾਰਾਂ ਰੱਖਦੀਆਂ ਕਿ ਆਮ ਬੰਦਾ ਰੱਖਦਾ, ਕਿ ਜਿਹੜੇ ਉੱਥੇ ਬੈਠੇ ਆ ਲੋਕ ਉਹ ਰੱਖ ਰਹੇ ਆ? ਕੀ ਕਹਿੰਦੇ ਤੁਸੀਂ? ਬੜਾ ਸੰਵੇਦਨਸ਼ੀਲ ਸਵਾਲ ਹੈ ਜੀ ਕਿ ਤਿਰੰਗਾ, ਪਹਿਲਾਂ ਤਾਂ ਮੈਂ ਚਲੋ ਦੱਸਣ ਵਾਲੀ ਗੱਲ ਨਹੀਂ ਹੈ, ਤਿਰੰਗਾ ਭਾਰਤ ਦਾ ਜਿਹੜਾ ਉਹ ਨੈਸ਼ਨਲ ਫਲੈਗ ਹੈ। ਬਿਲਕੁਲ ਜੀ। ਕਿਸੇ ਵੀ ਦੇਸ਼ ਦਾ ਨੈਸ਼ਨਲ ਫਲੈਗ, ਕੈਨੇਡਾ ਦਾ, ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਨੈਸ਼ਨਲ ਫਲੈਗ ਸਾਡੇ ਵਾਸਤੇ ਇੱਜ਼ਤ ਸਾਨੂੰ ਦੇਣੀ ਚਾਹੀਦੀ ਉਹਦੇ ਲਈ। ਅਮਰੀਕਨ ਲੋਕਾਂ ਨੂੰ ਅਮਰੀਕਾ ਦੇ ਫਲੈਗ ਲਈ ਇੱਜ਼ਤ ਦੇਣੀ ਚਾਹੀਦੀ ਹੈ, ਔਰ ਦੂਜੇ ਦੇਸ਼ ਦੇ ਵੀ ਫਲੈਗ ਨੂੰ ਇੱਜ਼ਤ ਦੇਣੀ ਚਾਹੀਦੀ ਹੈ। ਇਹ ਗੱਲ ਹੈ। ਹੁਣ ਕਿਸਾਨੀ ਅੰਦੋਲਨ ਜਦੋਂ ਚੱਲਿਆ ਤੇ ਜਦੋਂ ਇਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਕਰਨੀ ਹੈ, ਤੇ ਉਹ ਲੱਗਦਾ ਸੀ ਕਿ ਪਰੇਡ ਦਾ ਕੀ ਮਤਲਬ ਹੋਊ। ਫਿਰ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਦੇ ਟਰੈਕਟਰ, ਆਪਣੇ ਵਹੀਕਲ ਦੇ ਉੱਤੇ ਜਿਹੜਾ ਕਿਸਾਨੀ ਝੰਡੇ ਦੇ ਨਾਲ ਨਾਲ ਦੇਸ਼ ਦਾ ਝੰਡਾ ਲਾਵਾਂਗੇ। ਦੇਸ਼ ਦਾ ਝੰਡਾ ਕਿਹੜਾ? ਤਿਰੰਗਾ ਝੰਡਾ। ਬਿਲਕੁਲ ਜੀ। ਇਹਦਾ ਮਤਲਬ ਉਹ ਦੇਸ਼ ਨੂੰ ਮਾਣ ਸਨਮਾਨ ਦੇ ਰਹੇ। ਬਿਲਕੁਲ ਠੀਕ ਹੈ ਜੀ। ਮਾਨ ਸਨਮਾਨ ਦੇ ਰਹੇ ਆ, ਪਰ 26 ਦੀ ਜਿਹੜੀ ਘਟਨਾ ਲਾਲ ਕਿਲੇ ਵਾਲੀ ਹੋਈ, ਜਿਹਦੇ ਬਾਰੇ ਬੜਾ ਹੋ ਹੱਲਾ ਮਚਿਆ ਕਿ ਉੱਥੇ ਜੀ ਤਿਰੰਗੇ ਦਾ ਅਪਮਾਨ ਹੋ ਗਿਆ, ਉੱਥੇ ਲਾਲ ਕਿਲੇ ਦਾ ਅਪਮਾਨ ਹੋ ਗਿਆ, ਦੋਨੋਂ ਗੱਲਾਂ ਜਿਹੜੀਆਂ ਵਾ ਉਹ ਠੀਕ ਨੇ। ਬਿਲਕੁਲ। ਕਿਸਾਨਾਂ ਨੇ ਜਾਂ ਜਿਹੜੇ ਵੀ ਉੱਥੇ ਲੋਕ ਗਏ ਸੀ, ਉਹਨਾਂ 'ਚ ਕਿਸਾਨ ਸੀ ਜਾਂ ਕੁਝ ਹੋਰ ਵੀ ਸੀ ਜਿਨ੍ਹਾਂ ਦਾ ਕੋਈ ਮਕਸਦ ਡਿਫਰੈਂਟ ਸੀ, ਉਹਨਾਂ ਨੇ ਜਾ ਕੇ ਤਿਰੰਗੇ, ਜਿਹੜੇ ਉੱਥੇ ਤਿਰੰਗਾ ਝੁੱਲ ਰਿਹਾ ਸੀ, ਉਹਨੂੰ ਕੁਛ ਨਹੀਂ ਕੀਤਾ। ਹਾਂ, ਉਹ ਇੱਕ ਹੋਰ ਪੋਲ ਹੈਗਾ ਜਿਹਦੇ ਤੇ ਤਿਰੰਗਾ ਹੁੰਦਾ ਜੀ। ਉਹ ਕਿਹੜੇ ਦਿਨ? ਖਾਸ ਦਿਨਾਂ ਤੇ ਹੁੰਦਾ। ਖਾਸ ਦਿਨ ਦੋ ਹੀ ਹੈ, ਖਾਲੀ ਪਿਆ ਸੀ, 26 ਜਨਵਰੀ ਤੇ 15 ਅਗਸਤ। ਉਹ ਜਦੋਂ ਝੰਡੇ ਦੀ ਚੜਾਉਣ ਦੀ ਰਸਮ ਹੁੰਦੀ ਆ ਤੇ ਉਹਦੀ ਪੂਰੀ ਸਿਕਿਉਰਿਟੀ ਰੱਖੀ ਜਾਂਦੀ ਉਸ ਪੋਲ ਦੀ, ਤੇ ਝੰਡਾ ਚੜਾਉਣ ਦੀ ਰਸਮ ਤੋਂ ਬਾਅਦ ਜਦੋਂ ਸਮਾਗਮ ਖਤਮ ਹੋ ਜਾਂਦਾ, ਝੰਡਾ ਲਾ ਲਿਆ ਜਾਂਦਾ। ਉਸ ਦਿਨ ਵੀ ਸਮਾਗਮ ਖਤਮ ਹੋਣ ਤੋਂ ਬਾਅਦ ਤਿਰੰਗਾ ਉਸ ਪੋਲ ਤੋਂ ਲੱਥ ਚੁੱਕਾ ਸੀ। ਠੀਕ ਹੈ ਜੀ। ਜਿਸ ਪੋਲ ਤੇ ਬਾਅਦ ਵਿੱਚ ਕੁਝ ਲੋਕਾਂ ਵੱਲੋਂ ਇੱਕ ਜਿਹੜਾ ਖਾਲਸਾਈ ਨਿਸ਼ਾਨ, ਜਿਹਨੂੰ ਅਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਹੀ ਹੁੰਦਾ, ਬਾਹਰ ਹੁੰਦਾ, ਉਹ ਨਿਸ਼ਾਨ ਚੜਾਇਆ ਗਿਆ। ਤੇ ਇੱਕ ਕਿਸਾਨੀ ਦਾ, ਕੋਈ ਕਿਸੇ ਕਿਸਾਨ ਯੂਨੀਅਨ ਦਾ, ਮੈਨੂੰ ਨਹੀਂ ਪਤਾ ਕਿਹੜੀ ਦਾ, ਉਹ ਵੀ ਝੰਡਾ ਉੱਥੇ ਚੜਾਇਆ ਗਿਆ। ਸੋ ਕਹਿਣ ਤੋਂ ਭਾਵ ਇਹ ਆ ਕਿ ਸਾਫ਼ ਸਪਸ਼ਟ ਸੀਗਾ ਕਿ ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ। ਦੂਜੀ ਗੱਲ ਹੈ ਕਿ ਅਪਮਾਨ ਕੌਣ ਕਰਦਾ ਜਾਂ ਕੌਣ ਨਹੀਂ ਕਰਦਾ। ਤੁਸੀਂ ਦੇਖੋ, ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਜਦੋਂ ਵੀ ਕੋਈ ਜਵਾਨ ਸ਼ਹੀਦ ਹੁੰਦਾ ਤੇ ਉਹਦੀ ਜਿਹੜੀ ਮ੍ਰਿਤਕ ਦੇਹ ਆ ਉਹ ਇੱਕ ਬਾਕਸ ਦੇ ਵਿੱਚ ਪੈਕ ਹੋ ਕੇ ਆਉਂਦੀ ਹੈ। ਉਹਦੇ ਜਦੋਂ ਬਾਕਸ ਖੁੱਲਿਆ ਜਾਂਦਾ ਤੇ ਉਹ ਤਿਰੰਗੇ ਨਾਲ ਉਹਨੂੰ ਢਕਿਆ ਹੁੰਦਾ। ਉਹ ਅਸਲ ਢਕਿਆ ਨਹੀਂ ਹੁੰਦਾ, ਇਹ ਨਹੀਂ ਕਿ ਹੋਰ ਕੋਈ ਕੱਪੜਾ ਨਹੀਂ ਮਿਲਦਾ, ਢਕਿਆ ਹੁੰਦਾ ਕਿ ਤੇਰਾ
ਪੂਰਾ ਦੇਸ਼ ਹੂੰ ਤੇਰਾ ਸਨਮਾਨ ਕਰ ਰਿਹਾ, ਤੇਰੀ ਸ਼ਹੀਦੀ ਨੂੰ ਸਲਾਮ ਕਰ ਰਿਹਾ। ਸਲਾਮ ਕਰ ਰਿਹਾ। ਇਹ ਇੱਕ ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ, ਚੰਗੀ ਗੱਲ ਹੈ। ਸਾਰੇ ਦੇਸ਼ ਇਦਾਂ ਹੀ ਕਰਦੇ, ਸਾਰੀਆਂ ਕੌਮਾਂ ਇਦਾਂ ਕਰਦੀਆਂ। ਤੇ ਪੰਜਾਬੀਆਂ ਨੂੰ ਜਾਂ ਹਿੰਦੁਸਤਾਨੀਆਂ ਨੂੰ ਪਤਾ, ਜਿਨ੍ਹਾਂ ਦੇ ਪੁੱਤਰ ਸ਼ਹੀਦ ਹੋ ਕੇ ਘਰਾਂ ਨੂੰ ਮੁੜਦੇ ਆ, ਉਹਨਾਂ ਦੀ ਲਾਸ਼ਾਂ ਆਉਂਦੀਆਂ ਤੇ ਉਹ ਤਿਰੰਗੇ 'ਚ ਲਪੇਟੀਆਂ ਹੁੰਦੀਆਂ, ਉਹਨਾਂ ਨੂੰ ਪਤਾ ਕਿ ਇਹਦੀ ਕੀ ਇੰਪੋਰਟੈਂਸ ਹੈ, ਵੈਲਿਊ ਕੀ ਹੈ, ਵੈਲਿਊ ਕੀ ਹੈ। ਠੀਕ ਹੈ ਜੀ। ਇਹ ਉਹਨਾਂ ਨੂੰ ਪੜਾਉਣ ਵਾਲੀ, ਉਹਨਾਂ ਨੂੰ ਸਿਖਾਉਣ ਵਾਲੀ ਗੱਲ ਨਹੀਂ ਹੈ। ਜਿਹੜੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਉਹ ਆਪ ਕਿੰਨੀ ਇੱਜ਼ਤ ਕਰਦੇ ਆ, ਇਹ ਸਾਰੀ ਦੁਨੀਆ ਤੋਂ ਜੱਗ ਜਾਰ ਸਾਰਿਆਂ ਨੂੰ ਪਤਾ। ਹੁਣ ਇੱਕ ਘਟਨਾ ਦਾ ਇਸ ਦੌਰਾਨ ਮੈਂ ਹੋਰ ਜ਼ਿਕਰ ਕਰਨਾ ਚਾਹੂੰਗਾ। ਉਹ ਇਹ ਹੈ ਜੀ ਕਿ ਇੱਕ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਨੌਜਵਾਨ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਆ ਰਿਹਾ ਸੀ, ਰਸਤੇ 'ਚ ਐਕਸੀਡੈਂਟ 'ਚ ਮਾਰਿਆ ਗਿਆ, ਦਿੱਲੀ ਪਹੁੰਚ ਨਹੀਂ ਸਕਿਆ, ਰਸਤੇ ਵਿੱਚ ਹੀ ਉਹਦੀ ਸ਼ਹਾਦਤ ਹੋ ਗਈ। ਸ਼ਹਾਦਤ ਮੈਂ ਕਿਉਂ ਲਫ਼ਜ਼ ਕਰਦਾ, ਕਿਸਾਨੀ ਅੰਦੋਲਨ ਨਾਲ ਜੁੜਿਆ ਕੋਈ ਵੀ ਵਿਅਕਤੀ, ਚਾਹੇ ਉਹ ਕਿਸੇ ਬਿਮਾਰੀ ਨਾਲ ਚੱਲ ਵਸਿਆ, ਚਾਹੇ ਐਕਸੀਡੈਂਟ ਨਾਲ ਚੱਲ ਵਸਿਆ, ਚਾਹੇ ਉਹ ਖੁਦਕੁਸ਼ੀ ਕਿਉਂ ਨਹੀਂ ਕਰ ਲਈ, ਮੈਂ ਉਹਨੂੰ ਸ਼ਹੀਦ ਮੰਨਦਾ। ਬਿਲਕੁਲ ਜੀ। ਠੀਕ ਹੈ ਜੀ। ਉਹ ਨੌਜਵਾਨ ਜਦੋਂ ਸ਼ਹੀਦੀ ਪ੍ਰਾਪਤ ਕਰ ਗਿਆ ਤੇ ਉਹਦਾ ਸੰਸਕਾਰ ਕਰਨਾ ਸੀ, ਸੰਸਕਾਰ ਕਰਨ ਲੱਗਿਆ ਉਹਦੇ ਉੱਤੇ ਤਿਰੰਗਾ ਝੰਡਾ ਜਿਹੜਾ ਸੀ ਉਹ ਪਾਇਆ ਗਿਆ, ਉਹਦੀ ਮ੍ਰਿਤਕ ਦੇ ਦਿੱਤੇ। ਸਨਮਾਨ ਹੀ ਸੀ ਕਿ ਦੇਸ਼ ਤੇਰੀ ਇੱਜ਼ਤ ਕਰਦਾ। ਬਿਲਕੁਲ। ਬਦਕਿਸਮਤੀ ਸਾਡੀ ਕਹਿ ਸਕਦੇ ਹਾਂ ਕਿ ਉੱਤਰ ਪ੍ਰਦੇਸ਼ ਪੁਲਿਸ ਨੇ, ਉੱਤਰ ਪ੍ਰਦੇਸ਼ ਸਰਕਾਰ ਦੀ ਪੁਲਿਸ ਨੇ, ਉਹਨਾਂ ਉਸ ਲੜਕੇ ਦੀ ਮਾਤਾ, ਉਹਦੇ ਭਰਾ, ਇੱਕ ਦੋ ਹੋਰ ਰਿਸ਼ਤੇਦਾਰਾਂ ਦੇ ਉੱਤੇ ਇਸ ਗੱਲੋਂ ਮੁਕੱਦਮਾ ਦਰਜ ਕਰਤਾ ਕਿ ਇਹਨਾਂ ਨੇ ਤਿਰੰਗੇ ਦੀ ਬੇਇੱਜ਼ਤੀ ਕੀਤੀ, ਤਿਰੰਗੇ ਦਾ ਮਾਨ ਸਨਮਾਨ ਨਹੀਂ ਰੱਖਿਆ। ਇੱਕ ਮ੍ਰਿਤਕ ਸੀ ਬੰਦਾ, ਮਰ ਗਿਆ ਇੱਕ ਬੰਦਾ, ਉਹਦੇ ਤੇ ਤਿਰੰਗਾ ਕਿਉਂ ਪਾਇਆ ਗਿਆ? ਠੀਕ ਹੈ। ਕਿਸੇ ਦੇਸ਼ ਲਈ ਕਿੱਡੀ ਘਿਨਾਉਣੀ ਗੱਲ ਹੈ। ਹਾਂਜੀ। ਪਰ ਦੂਜੇ ਪਾਸੇ ਮੇਰਾ ਸਵਾਲ ਹੈ, ਤੁਹਾਡੇ ਰਾਹੀਂ ਮੈਂ ਕਰਨਾ ਚਾਹੁੰਦਾ ਜੀ। ਇੱਕ ਸ਼੍ਰੀ ਦੇਵੀ ਆ ਜੀ, ਮੋਟੀ ਮੋਟੀਆਂ ਅੱਖਾਂ ਵਾਲੀ ਹੁੰਦੀ ਸੀ, ਮਰ ਗਈ ਹੁਣ ਤਾਂ। ਮਰੀ ਵੀ ਕਿੱਦਾਂ? ਸ਼ਰਾਬ 'ਚ ਗੁੱਟ ਤੇ ਆਪਦੇ ਬਾਥਰੂਮ ਵਿੱਚ ਬਾਥ ਟੱਬ ਜਿਹੜਾ ਹੁੰਦਾ ਉਹ 'ਚ ਡੁੱਬ ਕੇ ਮਰ ਗਈ। ਠੀਕ ਹੈ ਜੀ। ਉਹਦੇ ਸੰਸਕਾਰ ਵੇਲੇ ਤਿਰੰਗਾ ਝੰਡਾ ਪਾਇਆ ਗਿਆ ਸੀ। ਉਹਨੇ ਕੀ ਕੀਤਾ ਸੀ ਦੇਸ਼ ਲਈ? ਕੀ ਉਹ ਦੇਸ਼ ਦੀ ਕੋਈ ਰਾਸ਼ਟਰਪਤੀ ਸੀ, ਪ੍ਰਧਾਨ ਮੰਤਰੀ ਸੀ, ਕਿਸੇ ਸੂਬੇ ਦੀ ਮੁੱਖ ਮੰਤਰੀ ਸੀ, ਕੋਈ ਗਵਰਨਰ ਸੀ, ਕੋਈ ਰਾਜਨੀਤਿਕ ਲੋਕ ਸੀ, ਕੋਈ ਸ਼ਖਸੀਅਤ ਸੀ? ਉਹ ਤਾਂ ਫਿਲਮਾਂ 'ਚ ਕੰਮ ਕਰਦੇ ਸੀ, ਕਰੋੜਾਪਤੀ ਸੀ। ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਉਹ ਫਿਲਮਾਂ ਦੇ ਵਿੱਚ ਉਹ ਉਸ ਤਰੀਕੇ ਦੇ ਸੀਨ ਦਿੰਦੇ ਆ। ਝੰਡਾ ਉਹਦਾ ਤਾਂ ਹੀ ਪਾਇਆ ਗਿਆ ਕਿ ਉਹ ਕਰੋੜਪਤੀ ਆ? ਨਹੀਂ ਜੀ, ਉਹ ਮਤਲਬ ਸਰਕਾਰ ਦੇ ਨੇੜੇ ਆ। ਸਰਕਾਰ ਦੇ ਨੇੜੇ ਆ, ਇਸ ਕਰਕੇ ਉਹਨੂੰ ਝੰਡੇ। ਕੱਲ ਨੂੰ ਕੰਗਨਾ ਰਣੌਤ ਨਾਲ ਖੁਦਾ ਨਾ ਖਾਸਤਾ ਤੇਰੀ ਗੱਲ ਹੋ ਜਾਂਦੀ ਆ ਤੇ ਉਹ ਝੰਡਾ ਪਵਾਉਣ ਦੀ ਹੱਕਦਾਰ ਹੈ ਜੀ। ਪਰ ਉਹ ਨਸੀਰੁੱਦੀਨ ਸ਼ਾਹ ਜਿਹੜੇ ਕਹਿੰਦੇ ਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਜੇ ਤੁਸੀਂ ਚੁੱਪ ਰਹਿੰਦੇ ਆ ਤੇ ਇੱਕ ਸਾਜ਼ਿਸ਼ ਹੈ, ਤੁਹਾਨੂੰ ਬੋਲਣਾ ਚਾਹੀਦਾ। ਕੱਲ ਨੂੰ ਹੋ ਸਕਦਾ ਨਸੀਰੁੱਦੀਨ ਸ਼ਾਹ ਇਸ ਦੁਨੀਆ ਤੋਂ ਚਲੇ ਜਾਵੇ ਤੇ ਉਹਦੀ ਮ੍ਰਿਤਕ ਦੇਹ ਦੇ ਉੱਤੇ ਝੰਡਾ ਨਾ ਪਾਉਣ ਦਿੱਤਾ ਜਾਵੇ। ਬਿਲਕੁਲ। ਠੀਕ ਹੈ ਜੀ। ਹੁੰਦਾ ਐਵੇਂ ਹੀ ਆਪਣੀਆਂ ਸਰਕਾਰਾਂ, ਆਪਣੇ ਦੇਸ਼ਾਂ ਇਹ ਸਾਰਾ ਕੁਝ ਬਿਲਕੁਲ ਗਲਤ ਹੋ ਰਿਹਾ ਜੀ। ਤਿਰੰਗੇ ਦਾ ਅਸੀਂ ਇੱਥੇ ਬੈਠੇ, ਕੈਨੇਡਾ 'ਚ ਬੈਠੇ ਕੈਨੇਡੀਅਨ ਆ, ਅਸੀਂ ਫਿਰ ਵੀ ਸਤਿਕਾਰ ਕਰਦੇ, ਕਿਸਾਨ ਵੀ ਸਤਿਕਾਰ ਕਰਦੇ, ਮਜ਼ਦੂਰ ਸਤਿਕਾਰ ਕਰਦੇ ਹੈਗੇ। ਸਤਿਕਾਰ ਤਾਂ ਕੌਣ ਨਹੀਂ ਕਰਦਾ? ਇਹੀ ਰਾਜਸੀ ਪਾਰਟੀਆਂ ਵਾਲੇ ਸਰਕਾਰਾਂ ਜਿਹੜੀਆਂ ਜਾਂ ਰਾਜਸੀ ਪਾਰਟੀਆਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਕੋਈ ਇਹਨਾਂ ਨੂੰ ਸਤਿਕਾਰ ਨਹੀਂ। ਇਹਨਾਂ ਨੂੰ ਤਾਂ ਉਹ ਕੱਪੜੇ ਦਾ, 3 ਰੰਗਾਂ ਵਾਲੇ ਕੱਪੜੇ ਦਾ ਇੱਕ ਝੰਡਾ, ਇੱਕ ਟਾਕੀ ਹੈ ਉਹਨਾਂ ਵਾਸਤੇ। ਸਾਡੇ ਵਾਸਤੇ ਝੰਡਾ ਗੌਰਵ ਆ, ਸਨਮਾਨ ਦਾ ਇੱਕ ਚਿੰਨ੍ਹ ਹੈ। ਠੀਕ ਹੈ ਜੀ। ਜਿੰਨਾ ਸਾਡੇ ਧੀਆਂ ਪੁੱਤਾਂ ਨੂੰ ਇਸ ਗੱਲ ਦਾ ਮਾਣ ਆ ਕਿ ਉਹ ਭਾਰਤ ਵਾਸੀ ਹੈ, ਜਾਂ ਸਾਡੇ ਧੀਆਂ ਪੁੱਤਾਂ ਨੂੰ ਮਾਣ ਆ ਕਿ ਉਹਨਾਂ ਦਾ ਦੇਸ਼ ਦਾ ਝੰਡਾ ਜਿਹੜਾ ਉਹ ਤਿਰੰਗਾ, 3 ਰੰਗ ਵੀ ਜਦੋਂ ਪਾਏ ਗਏ ਸੀਗੇ, ਉਹਦੇ ਪਿੱਛੇ ਵੀ ਲੌਜਿਕ ਸੀ, ਉਹਦੇ ਪਿੱਛੇ ਵੀ ਕਾਰਨ ਸੀ। ਜਦੋਂ ਜਿਸ ਬੰਦੇ ਨੇ ਝੰਡਾ ਇਹ ਬਣਾਇਆ, ਉਹਨੇ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਿ ਇਹਦੇ 'ਚ ਕੇਸਰੀ ਰੰਗ ਹੋਣਾ ਚਾਹੀਦਾ, ਇਹ 'ਚ ਵਾਈਟ ਰੰਗ ਹੋਣਾ ਚਾਹੀਦਾ, ਇਹਦੇ 'ਚ ਜਿਹੜਾ ਗ੍ਰੀਨ ਰੰਗ ਹੋਣਾ ਚਾਹੀਦਾ, ਇਹਦੇ 'ਚ ਇਸ ਤਰੀਕੇ ਦਾ ਚੱਕਰ ਹੋਣਾ ਚਾਹੀਦਾ, ਔਰ ਚੱਕਰ ਦੇ ਵਿੱਚ 24 ਜਿਹੜੇ ਹੈ ਖਾਨੇ ਹੋਣੇ ਚਾਹੀਦੇ। ਉਹਦੇ ਪਿੱਛੇ ਲੌਜਿਕ ਆ, ਉਹ ਲੌਜਿਕ ਇਹਨਾਂ ਨੂੰ ਪਤਾ ਜਿਹੜੇ ਗੱਲਾਂ ਕਰਦੇ। ਠੀਕ ਹੈ ਜੀ। ਔਰ ਇਸ ਤਿਰੰਗੇ ਝੰਡੇ ਦਾ ਮਾਣ, ਸਨਮਾਨ, ਸਤਿਕਾਰ ਉਹਨਾਂ ਲੋਕਾਂ ਨੂੰ ਵੱਧ ਪਤਾ ਜੀ ਜਿਨ੍ਹਾਂ ਦੇ ਬੱਚੇ ਸਰਹੱਦਾਂ ਤੋਂ ਤਿਰੰਗੇ ਝੰਡੇ 'ਚ ਲਿਪਟੇ ਹੋਏ ਆਉਂਦੇ ਆ। ਉਦੋਂ ਉਹ ਮਾਣ ਮਹਿਸੂਸ ਕਰਦੇ ਆ ਕਿ ਮੇਰੇ ਪੁੱਤਰ ਨੂੰ ਇੱਕ ਦੇਸ਼ ਵੱਲੋਂ ਸ਼ਹਾਦਤ, ਸ਼ਹੀਦੀ ਦਾ ਮਾਣ ਸਨਮਾਨ ਮਿਲਿਆ। ਠੀਕ ਹੈ ਜੀ। ਔਰ ਮੈਂ 100% ਸ਼ੋਰ ਹਾਂ ਜੀ
ਜਿਹੜੇ ਲੋਕ ਇਹ ਗੱਲ ਕਰਦੇ ਆ ਕਿ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਤਿਰੰਗੇ ਦਾ ਅਪਮਾਨ ਕੀਤਾ ਗਿਆ, ਦਿੱਲੀ ਦਾ ਲਾਲ ਕਿਲ੍ਹਾ ਜਿਹੜਾ ਵਾ ਉਹ ਹੁਣ ਰਾਸ਼ਟਰੀ ਸਿੰਬਲ ਨਹੀਂ ਰਹਿ ਗਿਆ। ਬਿਲਕੁਲ ਜੀ, ਬਿਲਕੁਲ ਠੀਕ ਹੈ ਜੀ। ਦਿੱਲੀ ਦੇ ਬਾਰੇ ਉਹ ਲਾਲ ਕਿਲ੍ਹੇ ਬਾਰੇ ਜਿਹੜੀ ਗੱਲ ਹੈ ਕਿ ਲਾਲ ਕਿਲ੍ਹਾ ਤਾਂ ਇੱਕ ਸੱਤਾ ਦਾ ਪ੍ਰਤੀਕ ਹੈ। ਜੀ ਜੀ ਜੀ, ਸੱਤਾ ਦਾ ਪ੍ਰਤੀਕ ਹੈ, ਇੱਕ ਪਾਵਰ ਦਾ ਪ੍ਰਤੀਕ ਹੈ। ਪਾਵਰ ਜਿਹੜੀ ਆ ਹਮੇਸ਼ਾ ਲੋਕਾਂ ਦੇ ਖਿਲਾਫ ਹੀ ਹੁੰਦੀ, ਹੱਕ 'ਚ ਨਹੀਂ ਹੁੰਦੀ। ਬਿਲਕੁਲ ਜੀ। ਠੀਕ ਹੈ ਜੀ। ਉਸ ਥਾਂ ਤੇ ਝੰਡਾ ਜਿਹੜਾ ਚੜਾ ਕੇ, ਜਿਹੜੇ ਤਿਰੰਗਾ ਝੰਡਾ ਚੜਾ ਕੇ, ਮੈਂ ਸਮਝਦਾ ਕਿ ਇੱਕ ਲੋਕਾਂ ਦੇ ਉੱਤੇ ਇਹ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਸੱਤਾ ਦੇ ਮਾਲਕ ਆ ਜੀ, ਸੱਤਾ ਸਾਡੇ ਕੰਟਰੋਲ 'ਚ ਹੈ, ਸੱਤਾ ਸਾਡੇ ਹੱਥਾਂ ਵਿੱਚ ਹੈ। ਇੱਕ ਇੰਪ੍ਰੈਸ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਠੀਕ ਨਹੀਂ, ਲੋਕਾਂ ਦੇ ਪੱਖ 'ਚ ਗੱਲ ਨਹੀਂ ਹੈਗੀ। ਦੂਜੇ ਪਾਸੇ ਅਪਮਾਨ ਕੋਈ ਨਹੀਂ ਹੋਇਆ। ਜੀ, ਉਹ ਝੰਡਾ ਜਿਹੜਾ ਉਹ ਪੱਕਾ ਇੱਕ ਲੱਗਾ ਹੋਇਆ, ਉਹ ਲੱਗਾ ਹੀ ਹੋਇਆ। ਇਹ ਪੋਲ ਹੈ ਜੇ ਤੇ 2 ਵਾਰੀ ਸਾਲ ਦੇ ਵਿੱਚ, ਇੱਕ 15 ਜਨਵਰੀ, ਇੱਕ 15 ਅਗਸਤ, ਇੱਕ 26 ਜਨਵਰੀ ਨੂੰ ਝੰਡਾ ਚੜਾਇਆ ਜਾਂਦਾ ਕੁਝ ਘੰਟਿਆਂ ਵਾਸਤੇ, ਬਾਅਦ ਚ ਉਹਨੂੰ ਸਮੇਟ ਕੇ ਸਾਂਭਤਾ ਜਾਂਦਾ ਅਗਲੇ ਸਾਲ ਵਾਸਤੇ ਜੀ। ਠੀਕ ਹੈ ਜੀ। ਉਹ ਝੰਡਾ ਜਿਹੜਾ ਉਹਦਾ ਸਨਮਾਨ ਜਿਹੜਾ ਜਿੰਨਾ ਸਾਡੇ ਦਿਲ ਵਿੱਚ ਹੈ, ਸੱਤਾਧਾਰੀਆਂ ਦੇ ਦਿਲਾਂ 'ਚ ਹੈ ਨਹੀਂ। ਜਿਹੜੇ ਲੋਕ ਗੱਲਾਂ ਕਰਦੇ ਉਹ ਗੁਨਾਹ ਕਰਦੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਆਖਰੀ ਕੁਐਸਚਨ ਹੈ ਜੀ, ਕੀ ਸਾਡੇ ਦਰਸ਼ਕਾਂ ਨੂੰ ਤੁਸੀਂ ਆਉਣ ਵਾਲੇ ਦਿਨਾਂ ਦੀਆਂ ਕਿਸਾਨਾਂ ਦੀਆਂ ਜੋ ਰਣਨੀਤੀਆਂ ਹੋ ਸਕਦੀਆਂ ਉਹਦੇ ਬਾਰੇ ਤੁਹਾਡੇ ਅੰਦਾਜ਼ੇ ਕੀ ਹੋ ਸਕਦੇ? ਦੇਖੋ, ਸਾਫ਼ ਤੇ ਸਪਸ਼ਟ ਗੱਲ ਹੈ ਜੀ, ਇਹ ਅੰਦੋਲਨ ਜਿਹੜਾ ਪਿਛਲੇ 7-8 ਮਹੀਨਿਆਂ ਤੋਂ ਚੱਲ ਰਿਹਾ, 2 ਮਹੀਨੇ ਤੋਂ ਵੱਧ 75 ਦਿਨ ਤਕਰੀਬਨ ਹੋ ਗਏ ਆ ਜਦੋਂ ਇਹ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠੇ ਆ। ਇਹ ਛੇਤੀ ਨਹੀਂ ਮੁੱਕਣਾ। ਤੁਹਾਨੂੰ ਮੈਂ ਇੱਕ ਗੱਲ ਚੇਤੇ ਕਰਾਉਣੀ ਚਾਹੁੰਦਾ ਜੀ। ਟਕੈਤ ਸਾਹਿਬ ਨੇ ਇੱਕ ਬਿਆਨ ਦਿੱਤਾ ਕੱਲ, ਉਹ ਕਹਿੰਦੇ ਜੀ 2 ਅਕਤੂਬਰ ਤੱਕ ਅਸੀਂ ਕਿਸਾਨਾਂ ਵੱਲੋਂ ਸਰਕਾਰ ਨੂੰ ਅਲਟੀਮੇਟਮ ਦਿੰਦੇ ਆ ਕਿ ਸਾਡੀਆਂ ਇਹ ਮੰਗਾਂ ਜਿਹੜੀਆਂ ਮੰਨ ਲਓ। ਕਿਹੜੀਆਂ ਮੰਗਾਂ? ਜਿਹੜਾ ਮੰਗਾਂ ਦੀ ਖਾਤਰ ਇਹ ਅੰਦੋਲਨ ਚੱਲਿਆ, ਸ਼ੁਰੂ ਹੋਇਆ ਜੀ। 3 ਕਾਨੂੰਨ ਜਿਹੜੇ ਇਹਨੂੰ ਕਾਲੇ ਕਾਨੂੰਨ ਕਿਹਾ ਜਾਂਦਾ, ਤੇ ਸਾਡੇ ਦੇਸ਼ ਦੇ ਖੇਤੀ ਮੰਤਰੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ 'ਚ ਕਾਲਾ ਕੀ ਹੈ। ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਲੱਗਾ ਇਹ 'ਚ ਕਾਲਾ ਹੈ ਕੀ, ਜਦੋਂ ਕਿ ਖੁਦ ਸਾਰਾ ਕੁਝ ਚੇਂਜ ਕਰਨ ਨੂੰ ਤਿਆਰ ਬੈਠੇ, ਜਾਂ ਕਿ ਬਾਰ-ਬਾਰ ਕਹਿੰਦੇ ਕਿ ਅਸੀਂ ਬਦਲ ਦਿੰਦੇ ਆ, ਅਸੀਂ ਆਹ ਵੀ ਗੱਲ ਸੋਧ ਕਰ ਦਿੰਦੇ, ਆਹ ਵੀ ਸੋਧ ਕਰ ਦਿੰਦੇ, ਤੇ ਫਿਰ ਕਾਲੇ ਦੀ ਸੋਧ ਕਰਨੀ ਹੁੰਦੀ। ਠੀਕ ਹੈ ਜੀ। ਦਾਲ ਜਦੋਂ ਸਫਾਈ ਕਰਦੀਆਂ ਦਾਲ ਦੀਆਂ ਔਰਤਾਂ, ਤੇ ਉਹ ਕੋਕੜੂ ਵਿੱਚੋਂ ਕੱਢ ਦਿੰਦੀਆਂ, ਜਾਂ ਉਹ ਚੀਜ਼ਾਂ ਵਿੱਚੋਂ ਕੱਢ ਦਿੰਦੀਆਂ ਜਿਹੜੇ ਦਾਣੇ ਚੰਗੇ ਨਹੀਂ ਹੁੰਦੇ, ਤੇ ਤੁਸੀਂ ਉਹ ਮੰਨਿਆ ਕੋਈ ਚੰਗੇ ਨਹੀਂ, ਤਾਂ ਹੀ ਅਸੀਂ ਕਿਹਾ ਵੀ ਕੱਢ ਦਿੰਦੇ। ਠੀਕ ਹੈ ਜੀ। ਹੁਣ ਦਾਲ ਹੀ ਸਾਰੀ ਤੁਸੀਂ ਕਾਲੀ ਬਣਾ ਕੇ ਰੱਖੀ ਹੋਵੇ, ਤਾਂ ਹੀ ਅਗਲੇ ਕਹਿੰਦੇ ਆ ਵੀ ਅਸੀਂ ਤਾਂ ਕਾਲੀ ਦਾਲ ਹੀ ਬਦਲਣੀ ਆ, ਕੋਕੜੂ ਤਾਂ ਸਾਰੇ ਕੋਕੜੂ ਹੀ ਆ, ਇਹ ਦਾਲ ਹੈ ਨਹੀਂ। ਠੀਕ ਹੈ ਜੀ। ਹੁਣ ਉਸ ਤਰੀਕੇ ਦੀ 2 ਅਕਤੂਬਰ ਦੀ ਜਿਹੜੀ ਇੱਕ ਚੈਲੰਜ ਦੇ ਦਿੱਤਾ ਸਰਕਾਰ ਨੂੰ ਰਕੇਸ਼ ਟਕੈਤ ਨੇ, ਤੁਸੀਂ ਉਦੋਂ ਤੱਕ ਮੰਨ ਜਾਓ, ਨਹੀਂ ਤੇ ਫਿਰ ਅਸੀਂ ਅਗਲਾ ਪ੍ਰੋਗਰਾਮ ਦੱਸਾਂਗੇ। ਅਗਲਾ ਪ੍ਰੋਗਰਾਮ ਕੀ ਹੋਊਗਾ ਉਹ ਬੜਾ ਖਤਰਨਾਕ ਹੈ। ਚਲੋ ਆਪਾਂ ਉਹਦੇ ਤੇ ਹੁਣੇ ਗੱਲ ਨਹੀਂ ਕਰਦੇ। ਸ਼ਾਇਦ 2 ਅਕਤੂਬਰ ਤੋਂ ਪਹਿਲਾਂ ਹੀ ਸਰਕਾਰ ਨੂੰ ਅਕਲ ਆ ਜਾਵੇ, ਉਹ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਵੇ ਤੇ ਕਿਸਾਨ ਆਪੋ ਆਪਣੇ ਘਰੀ ਚਲੇ ਜਾਣ। MP ਸਿੰਘ ਜੀ, ਇੱਕ ਮਨ ਦੇ ਵਿੱਚ ਤੌਖਲਾ ਜ਼ਰੂਰ ਆ ਰਿਹਾ ਕਿ ਸਾਡੇ ਦਰਸ਼ਕ ਵੀ ਵਾਰ-ਵਾਰ ਸਾਨੂੰ ਕੁਐਸਚਨ ਇਹ ਪੁੱਛ ਰਹੇ ਆ, ਇਹ ਗਾਜੀਪੁਰ ਜਿਹੜਾ ਧਰਨੇ ਦੇ ਸੰਬੰਧ ਦੇ ਵਿੱਚ, ਕਿ ਜਦੋਂ ਆਪਾਂ ਪਿਛਲੀ ਬੈਕਗਰਾਉਂਡ ਦੇਖੀਏ ਤੇ ਜਦੋਂ ਵੀ ਕਿਸਾਨੀ ਅੰਦੋਲਨਾਂ ਜਾਂ ਕਿਸੇ ਹੋਰ ਤਰ੍ਹਾਂ ਦੇ ਅੰਦੋਲਨ ਦੇ ਵਿੱਚ ਰਾਜਨੀਤਿਕ ਧਿਰਾਂ ਆਉਣੀਆਂ ਸ਼ੁਰੂ ਹੋ ਜਾਣ, ਤਾਂ ਉਹ ਅੰਦੋਲਨ ਛੇਤੀ ਚੱਕੇ ਜਾਂਦੇ ਆ, ਛੇਤੀ ਵਿਕ ਜਾਂਦੇ ਆ। ਇਹੋ ਜਿਹੀਆਂ ਗੱਲਾਂ ਵੀ ਹੋ ਰਹੀਆਂ, ਕਿਉਂਕਿ ਹੁਣ ਗਾਜੀਪੁਰ ਜਿਹੜਾ ਬਾਰਡਰ ਆ, ਉੱਥੇ ਲੱਗ ਰਿਹਾ ਕਿ ਟਕੈਤ ਸਾਹਿਬ ਨੇ ਥੋੜਾ ਜਿਹਾ ਉਹਨਾਂ ਨੂੰ ਢਿੱਲ ਰਾਜਨੀਤਿਕ ਪਾਰਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕੀ ਉਹਦੇ ਵਿਚਾਰੇ ਸਾਡੇ ਦਰਸ਼ਕ ਇਹ ਤੁਹਾਡੇ ਤੋਂ ਜ਼ਰੂਰ ਜਿਹੜਾ ਉੱਤਰ ਮੰਗਦੇ ਆ? ਦੇਖੋ, ਤੁਹਾਡੀ ਗੱਲ ਠੀਕ ਹੈ ਕਿ ਗਾਜੀਪੁਰ ਬਾਰਡਰ ਤੇ ਰਕੇਸ਼ ਟਕੈਤ ਹੋਈ ਜਿੱਥੇ ਬੈਠੇ ਹੈਗੇ ਆ, ਉੱਥੇ ਰਾਜਨੀਤਿਕ ਲੋਕ ਆਉਣ ਲੱਗ ਪਏ। ਹਾਂਜੀ। ਪਰ ਸ਼ਾਇਦ ਤੁਸੀਂ ਜਾਂ ਸਾਡੇ ਦਰਸ਼ਕ ਜਿਹੜੇ ਹੈਗੇ ਆ ਉਹ ਇਹ ਜਾਣਦੇ ਆ ਕਿ ਟਕੈਤ ਸਾਹਿਬ ਨੇ ਸਾਫ਼ ਸਪਸ਼ਟ ਸ਼ਬਦਾਂ 'ਚ ਕਿਹਾ ਜੀ ਕਿ ਰਾਜਨੀਤਿਕ ਲੋਕ ਆਉਣ, ਕੋਈ ਪਾਬੰਦੀ ਥੋੜੀ ਹੈ। ਹਾਂਜੀ। ਪਰ ਇਹਨਾਂ ਨੂੰ ਸਟੇਜ ਨਹੀਂ ਦਿੱਤੀ ਜਾਊਗੀ, ਇਹਨਾਂ ਦੇ ਹੱਥ 'ਚ ਮਾਈਕ ਨਹੀਂ ਦਿੱਤਾ ਜਾਊਗਾ। ਇਹ ਸਪੋਰਟ ਕਰਦੇ ਕਰੀ ਜਾ, ਕਰਨੀ ਚਾਹੀਦੀ। ਰਾਜਨੀਤਿਕ ਲੋਕਾਂ ਨੂੰ ਸਪੋਰਟ ਕਰਨੀ ਚਾਹੀਦੀ। ਰਾਜਨੀਤਿਕ ਲੋਕ ਸਪੋਰਟ ਹੀ ਕਰ ਰਹੇ ਨੇ, ਪਾਰਲੀਮੈਂਟ 'ਚ ਬੋਲ ਰਹੇ ਸਰਕਾਰ ਦੇ ਖਿਲਾਫ, ਉਹ ਵੀ ਰਾਜਨੀਤਿਕ ਲੋਕ ਹੀ ਹੈ, ਸਪੋਰਟ ਕਰ ਰਹੇ ਆ। ਉਹ ਤਾਂ ਹੀ ਉਹਨਾਂ ਦੀ ਸਰਕਾਰ ਨੂੰ ਘੇਰ ਕੇ ਖਲੋਤੇ। ਉਹ ਆਪਦਾ ਕੰਮ ਕਰਨ, ਪਰ ਜੇ ਸਟੇਜ ਹੀ ਉਹਨਾਂ ਦੇ ਹੱਥ ਵਿੱਚ ਹੋਵੇ ਫਿਰ ਖਤਰਾ ਹੁੰਦਾ, ਜਿਹੜਾ ਤੁਸੀਂ ਤੌਖਲਾ ਜ਼ਾਹਰ ਕੀਤਾ ਕਿ ਜੇ ਜੀ ਹੁਣ ਤਾਂ ਸਾਰੀ ਕਮਾਂਡ ਹੀ ਉਹਨਾਂ ਦੇ ਹੱਥ ਵਿੱਚ ਚਲੇਗੀ, ਹੁਣ ਤਾਂ ਅਧਿਕਾਰ ਹੀ ਉਹਨਾਂ ਨੂੰ ਦੇ ਦਿੱਤੇ, ਹੁਣ ਤਾਂ ਉਹ ਜੋ ਮਰਜ਼ੀ ਕਰਨਗੇ। ਇਦਾਂ ਦਾ ਕੁਝ ਨਹੀਂ ਹੋਣਾ। ਇਹ ਰਕੇਸ਼ ਟਕੈਤ ਨੇ ਵੀ ਸਪਸ਼ਟ ਕਰਤਾ, ਉਹਨੇ ਸਾਫ਼ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਨੀਤੀ ਜਿਹੜੀ ਆ
ਉਹੀ ਲਾਗੂ ਹੋਊਗੀ ਜਿਹੜੀ ਟਿਕਰੀ ਬਾਰਡਰ ਤੇ ਹੈ, ਜਿਹੜੀ ਸਿੰਘੂ ਬਾਰਡਰ ਤੇ ਹੈ, ਉਹੀ ਗਾਜੀਪੁਰ ਬਾਰਡਰ ਤੇ ਹੋਊ। ਕਿ ਦੂਸਰੀ ਜਿਹੜੇ ਸਟੇਜਾਂ ਲੱਗੀਆਂ ਉੱਥੇ ਵੀ ਰਾਜਨੀਤਿਕ ਪਾਰਟੀਆਂ ਨੂੰ ਆਉਣ ਦੇਣਾ ਚਾਹੀਦਾ, ਥੱਲੇ ਬਹਿ ਕੇ ਆਪਦੇ ਸੁਝਾਅ ਦੇ ਸਕਦੀ? ਬਿਲਕੁਲ ਆ ਜਾਣ ਜੀ, ਕੋਈ ਹਰਜ ਨਹੀਂ। ਮੈਨੂੰ ਨਹੀਂ ਲੱਗਦਾ ਕਿ ਨਹੀਂ ਉਹਨਾਂ ਨੂੰ ਰੋਕਣਾ ਚਾਹੀਦਾ, ਉਹਨਾਂ ਨੂੰ ਆਉਣ ਦੇਣਾ ਚਾਹੀਦਾ। ਠੀਕ ਹੈ ਜੀ, ਆਉਣ ਦੇਣਾ ਚਾਹੀਦਾ। ਉਹ ਆ ਕੇ ਆਪਦੀ ਬੈਠੇ ਰਹਿਣ ਜੀ, ਕੋਈ ਗੱਲ ਨਹੀਂ। ਸਪੋਰਟ ਤਾਂ ਹਰ ਕੋਈ ਬੰਦਾ ਕਰ ਸਕਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਹਮੇਸ਼ਾ ਦੀ ਤਰ੍ਹਾਂ ਤੁਸੀਂ ਸਾਡੇ ਲਈ ਟਾਈਮ ਕੱਢਦੇ ਹੋ, ਸਾਡੇ ਦਰਸ਼ਕਾਂ ਨੂੰ ਨਵੀਆਂ ਜਾਣਕਾਰੀਆਂ ਦੇ ਨਾਲ ਰੂਬਰੂ ਕਰਾਉਂਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਭਿੰਦਰ ਸਾਹਿਬ, ਥੈਂਕ ਯੂ ਵੈਰੀ ਮਚ। ਇਹ ਸਨ ਜੀ MP ਸਿੰਘ ਜੀ, ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਇੰਡੀਆ ਮੀਡੀਆ, ਤੁਹਾਡੀ ਆਪਣੀ ਆਵਾਜ਼।